राधा स्वामी नाम जो गावे सोई तरे काल कलेश सब नाश सुख पावे सब दुख हरे। ऐसा नाम अपार कोई वेद ना जान, जो जाने सो पार। बहुर ना जग में जन्म, राधा स्वामी गायिका जन्म सुफल कारले। जही नाम निज नाम है, मान अपने तार रे। बैठक स्वामी याद बुद्धि राधा निरखने हार। और ना कोई लाख सके शोभाया गम अपार। गोपत रूप यहाँ दारिया राधा स्वामी नाम बिना मेहर नहीं पावई। जहाँ कोई बेसराम करूं बंदगी राधा स्वामी आई। जिन परताप जीव बहु जाए। बारंबार करूं प्रणाम। सतगुर परम धाम सतनाम। आद अनाद जुगाद आराम। संत स्वरूप छोड़ने जदाम। आए भाव जाल नाव लगाई। हम से जीवन लिया छोड़ाई। शब्द दृढ़ाया सूरत बताई। करम बरम से लिया बचाई।
खोला भगति का स्रोत, भगति सुनाई सबसे न्यारी। वेद कते बनाता है विचारी। सात पुरुष चौथे पादवासा, संतन का वहाँ सदा विलासा। सो कर दर्शाया गुरपुरे। बिना बजे यहाँ अचरज तूरे। आगे रख पुरुष दरबार, देखा जाए सूरत से सारा। इस पार आगम लोक एक न्यारा। संत सूरत कोई करत व्यवहार। कहाँ से दर से अटल अटारी। आद बुध राधा स्वामी महल सवारी। सूरत होई आत कार मगनानी। पुरुषयानामी जाए समानी। सूरत होई आत कार मगनानी। पुरुषयानामी जाए समानी। राधा स्वामी। हाँ जी। सार बचन बानी हजूर स्वामी जी महाराज। बचन 15वां, शब्द 15वां। मन रे क्यों गुमान अब करना। मन रे क्यों गुमान अब करना। तन तो तेरा खाक मिलेगा। 84 जा पढ़ना। ये बाणी हजूर स्वामी जी महाराज जी दी है। सब तो जिहड़ी वड्डी रुकावट है साडे वास्ते जीवां वास्ते वो हैगी है अहंकार दी, गुमान दी। अज वही विषय है, वो बारे ही दस रहे हैं सारी चीज़ का कि ये रुकावट जदों तक दूर नहीं होंदी उदों तक असी जो मर्जी कर लीए, उदों तक सानू उस प्रभु का, परमेश्वर का, गुरु का पता नहीं चलता। और इहो ही चीज़ जिहड़ी है सानू पता लगन नहीं दिंदी। पता लगाउण वास्ते असी कोशिश तो करते हाँ, ये बाहर दियाँ पूजा पाठ जाना
ਧਾਰਮਿਕ ਸਥਾਨਾਂ ਦੇ ਉੱਤੇ ਮੱਥੇ ਟੇਕਣੇ, ਕਿਤੇ ਨਾ ਕਿਤੇ ਅੰਦਰ ਹੁੰਦਾ ਵੀ ਹੈ ਕਿ ਉਸ ਚੀਜ਼ ਦੀ ਖੋਜ ਕਰੀਏ ਜਿਹੜੇ ਸਾਰੇ ਗਮ ਭੁਲਾ ਦੇਵੇ। ਉਹਦੀ ਸ਼ੋਭਾ ਤੇ ਸੁਣੀ, ਉਹਦੇ ਬਾਰੇ ਗ੍ਰੰਥਾਂ 'ਚ, ਵੇਦਾਂ ਸ਼ਾਸਤਰਾਂ 'ਚ ਪੜ੍ਹਿਆ ਸੁਣਿਆ, ਲੇਕਿਨ ਸਭ ਕੁਛ ਕਰਦਿਆਂ ਕਰਾਉਂਦਿਆਂ ਵੀ ਘਰ-ਬਾਰ ਛੱਡ ਕੇ ਸੇਵਾ ਦੇ ਵਿੱਚ ਰਹਿ ਕੇ ਸਾਰੀਆਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਵੀ ਫਿਰ ਅਸੀਂ ਕਿਉਂ ਫੇਲ ਹੋ ਜਾਂਦੇ ਹਾਂ, ਉਹਦੇ ਬਾਰੇ ਦੱਸਿਆ ਹੈ ਕਿ ਉਹ ਵਜ੍ਹਾ ਹੈਗੀ ਹੈ ਅਹੰਕਾਰ ਦੀ। ਹਰ ਇੱਕ ਦੇ ਵਿੱਚ ਕਿਤੇ ਨਾ ਕਿਤੇ ਕੋਈ ਜ਼ਾਹਰੀ ਤੌਰ 'ਤੇ, ਕੋਈ ਸੂਖਸ਼ਮ ਤੌਰ 'ਤੇ ਕਿਤੇ ਨਾ ਕਿਤੇ ਉਹ ਅਹੰਕਾਰ ਜਿਹੜਾ ਛੁਪਿਆ ਬੈਠਾ ਹੈ, ਪਰ ਉਹ ਸਮਾਂ ਆਉਣ 'ਤੇ ਜਿਹੜਾ ਹੈ ਉਹ ਬਾਹਰ ਨਿਕਲਦਾ। ਜਿਸ ਤਰ੍ਹਾਂ ਕਿਸੇ ਦਾ ਤਾਂ ਉੱਪਰ ਹੀ ਹੁੰਦਾ ਹੈ ਬਿਲਕੁਲ, ਜਿਸ ਤਰ੍ਹਾਂ ਅੱਗ ਦੇ ਕਈ ਰੂਪ ਨੇ। ਇੱਕ ਅੱਗ ਹੈ ਕਿ ਜਦੋਂ ਉਹ ਬਲਦੀ ਹੋਵੇ ਕਿਤੇ ਤਾਂ ਧੂੰਆਂ ਉੱਠਦਾ ਹੈ, ਪਤਾ ਚੱਲ ਜਾਂਦਾ ਹੈ ਕਿ ਉਹ ਫਲਾਣੀ ਜਗ੍ਹਾ ਦੇ ਉੱਤੇ ਅੱਗ ਕਿਤੇ ਬਲ ਰਹੀ ਹੈ ਅਤੇ ਧੂੰਆਂ ਆ ਰਿਹਾ। ਤਾਂ ਉਸ ਤੋਂ ਬਾਅਦ ਕਈ ਜਗ੍ਹਾ 'ਤੇ ਸਟੋਵ ਚੱਲਦੇ ਨੇ, ਉਹਦਾ ਧੂੰਆਂ ਕਿਤੇ ਨਹੀਂ ਹੁੰਦਾ, ਪਰ ਉਹਦੀ ਸਟੋਵ ਦੀ ਇੱਕ ਅਲੱਗ ਆਵਾਜ਼ ਹੁੰਦੀ ਹੈ, ਉਹ ਤੋਂ ਪਤਾ ਚੱਲ ਜਾਂਦਾ ਹੈ ਕਿ ਬਈ ਇੱਥੇ ਇਹ ਚੱਲ ਰਹੀ ਹੈ। ਫਿਰ ਉਸ ਤੋਂ ਅੱਗੇ ਆ ਗਈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਗੈਸ ਚੱਲ ਪਏ ਨੇ, ਹੁਣ ਉਹਦੀ ਨਾ ਆਵਾਜ਼ ਹੀ ਹੈ ਲੇਕਿਨ ਨਾ ਹੀ ਉਹਦਾ ਕੋਈ ਧੂੰਆਂ ਹੈ, ਪਰ ਅੱਗ ਫਿਰ ਵੀ ਹੈਗੀ ਹੈ, ਸਾਹਮਣੇ ਦਿਸ ਪੈਂਦੀ ਹੈ ਚੱਲਦਾ, ਗੈਸ ਚੱਲਦਾ ਹੋਵੇ। ਤੇ ਇਸੇ ਤਰ੍ਹਾਂ ਹੀ ਇਹ ਚੀਜ਼ਾਂ ਦਾ ਤਾਂ ਪਤਾ ਚੱਲ ਜਾਂਦਾ ਹੈ। ਇੱਕ ਪੁਰਾਣੇ ਜ਼ਮਾਨਿਆਂ ਦੇ ਵਿੱਚ ਇਸ ਤਰ੍ਹਾਂ ਸੀ ਕਿ ਉਦੋਂ ਅਜੇ ਮਾਚਿਸ ਜਾਂ ਅੱਗ ਦੀ ਖੋਜ ਨਹੀਂ ਸੀ ਇੰਨੀ ਇਸ ਤਰ੍ਹਾਂ ਜਿਹੜੀ ਕਿ ਕਿਸ ਯੰਤਰ ਨਾਲ। ਅਤੇ ਉਦੋਂ ਕੀ ਕਰਦੇ ਸੀ ਕਿ ਪੱਥਰਾਂ ਦੇ ਨਾਲ ਜਦੋਂ ਅੱਗ ਜਗਾ ਕੇ ਅਤੇ ਜਿਸ ਤਰ੍ਹਾਂ ਰਾਤ ਨੂੰ ਅੱਗ ਨੂੰ ਢੱਕ ਦਿੰਦੇ ਸੀ ਸਵਾਹ ਸੂਹ ਨਾਲ, ਕਿਸੇ ਉਹਦੇ ਨਾਲ ਸਵਾਹ ਜਿਹੜੀ ਉਹਦੀ ਰਾਖ ਹੁੰਦੀ ਸੀ ਉਹਦੇ ਨਾਲ ਹੀ ਉਹਨਾਂ ਨੂੰ ਢੱਕ ਦੇਣਾ। ਅਤੇ ਜਦੋਂ ਉਹਨੂੰ ਢੱਕ ਦੇਣਾ, ਵਿੱਚ ਜਿਹੜੇ ਕੋਲੇ ਅੰਗਾਰੇ ਹੁੰਦੇ ਸੀ ਜਿਹੜੇ, ਉਹ ਇੱਦਾਂ ਲੱਗਣਾ ਕਿ ਬਿਲਕੁਲ ਹੁਣ ਅੱਗ ਸ਼ਾਂਤ ਹੋ ਗਈ ਹੈ, ਨਾ ਧੂੰਆਂ ਹੁੰਦਾ ਸੀ ਨਾ ਅੱਗ ਹੁੰਦੀ ਸੀ। ਲੇਕਿਨ ਜਦੋਂ ਥੋੜ੍ਹੀ ਜਿਹੀ ਹਵਾ ਚੱਲਣੀ, ਉਹ ਰਾਖ ਉੱਤੋਂ ਸਾਈਡ 'ਤੇ ਹੋਈ, ਅੰਗਾਰਿਆਂ ਨੂੰ ਹਵਾ ਲੱਗੀ ਅਤੇ ਉਹ ਅੱਗ ਫਿਰ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਜੰਗਲਾਂ ਦੇ ਜੰਗਲ ਜਿਹੜੇ ਸੀ ਸਾੜ ਦਿੰਦੇ ਸੀ। ਹੁਣ ਇਸੇ ਤਰ੍ਹਾਂ ਹੀ ਅਲੱਗ ਅਲੱਗ ਰੂਪ ਸੀ ਉਹਦੇ। ਇਸੇ ਤਰ੍ਹਾਂ ਕਈ ਵਾਰ ਅਸੀਂ ਡਿਊਟੀਆਂ ਕਰਦਿਆਂ ਚਲਦਿਆਂ ਫਿਰਦਿਆਂ ਸਾਨੂੰ ਲੱਗਦਾ ਹੈ ਕਿ ਨਹੀਂ ਫਲਾਣੇ ਦੇ ਵਿੱਚ ਬੜਾ ਹੰਕਾਰ ਹੈ, ਉਹਦੇ ਵਿੱਚ ਉਸ ਚੀਜ਼ ਦਾ ਹੰਕਾਰ ਹੈ, ਲੇਕਿਨ ਸਾਰਿਆਂ ਦੇ ਵਿੱਚ ਹੀ ਕਿਤੇ ਨਾ ਕਿਤੇ ਉਹ ਚੀਜ਼ ਕਿਸੇ ਨਾ ਕਿਸੇ ਰੂਪ ਵਿੱਚ ਬੈਠੀ ਹੁੰਦੀ ਹੈ। ਤਾਂ ਹੀ ਅਸੀਂ ਗੁਰੂ ਨੂੰ ਮਿਲ ਕੇ ਵੀ ਅਸੀਂ ਕੁਛ ਲੈ ਨਹੀਂ ਪਾਉਂਦੇ। ਗੁਰੂ ਸਿੱਖ ਦਾ ਰਿਸ਼ਤਾ ਤਾਂ ਬੜਾ ਹੀ ਇੱਕ ਵਧੀਆ ਰਿਸ਼ਤਾ ਹੈ, ਉਹਦੇ 'ਚ ਕੋਈ ਹੋਰ ਕੋਈ ਸੰਸਾਰੀ ਕੋਈ ਬੰਧਨ ਨਹੀਂ ਹੈ, ਉਹਦੇ ਵਿੱਚ ਕੋਈ ਚੀਜ਼ ਦਾ ਲੈਣਾ ਦੇਣਾ ਨਹੀਂ ਹੈ। ਪਰ ਸਿੱਖ ਕਿਤੇ ਨਾ ਕਿਤੇ ਫਿਰ ਵੀ ਆਪਣੇ ਕਿਸੇ ਨੂੰ ਆਪਣੇ ਗਿਆਨ ਦਾ ਹੰਕਾਰ, ਕਿਸੇ ਨੂੰ ਆਪਣੀਆਂ ਚਲਾਕੀਆਂ ਦਿਮਾਗ ਦੁਨੀਆ 'ਚ ਜਿੱਦਾਂ ਲੋਕ ਕਾਮਯਾਬ ਹੁੰਦੇ ਉਹਦਾ ਹੰਕਾਰ, ਕਿਸੇ ਨੂੰ ਹੋਰ ਕਿਸੇ ਚੀਜ਼ਾਂ ਦਾ ਅਲੱਗ ਅਲੱਗ ਤਰੀਕਿਆਂ ਦੇ ਨਾਲ ਹੰਕਾਰ ਹੁੰਦਾ ਹੈ। ਅਤੇ ਸਤਿਗੁਰੂ ਫਰਮਾ ਰਹੇ ਹੁੰਦੇ ਨੇ, ਕਹਿੰਦੇ ਮਨ ਰੇ ਕਿਉਂ ਗੁਮਾਨ ਅਬ ਕਰਨਾ, ਕਹਿੰਦੇ ਸੋਚ ਕੇ ਤਾਂ ਦੇਖ ਕਿ ਇਹ ਕਾਹਦਾ ਗੁਮਾਨ ਕਰਕੇ ਮਤਲਬ ਤੂੰ ਚੱਲੇਗਾ। ਜਿਸ ਤਨ ਇਹ ਜਦੋਂ ਮਿਲਿਆ ਨਹੀਂ ਸੀ, ਜਦੋਂ ਇਹ ਬੱਚਾ ਸੀ, ਇਹਨੂੰ ਹੋਸ਼ ਨਹੀਂ ਸੀ, ਆਪਣਾ ਆਮ ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਇਹਨੂੰ ਨੱਕ ਪੂੰਝਣ ਦਾ ਵੀ ਨਹੀਂ ਸੀ ਪਤਾ ਇਹਨੂੰ, ਉੱਥੇ ਹੀ ਗੰਦਗੀ ਕਰਦਾ ਸੀ, ਉੱਥੇ ਹੱਥ ਮਾਰੇ ਤਾਂ ਨਹੀਂ ਸੀ ਪਤਾ ਇਹ ਚੀਜ਼ਾਂ ਕਿੱਥੇ ਆਣ ਕੇ ਮਿਲੀਆਂ। ਇੱਥੇ ਹੀ ਆ ਕੇ ਇਹ ਸਾਰਾ ਕੁਛ ਮਿਲਿਆ ਔਰ ਇੱਥੇ ਹੀ ਕਹਿੰਦੇ ਰਹਿ ਜਾਣਾ ਸਾਰਾ ਕੁਛ। ਫਰਮਾਇਆ ਮਨ ਰੇ ਕਿਉਂ ਗੁਮਾਨ ਅਬ ਕਰਨਾ, ਤਨ ਤੋਂ ਤੇਰਾ ਖਾਕ ਮਿਲੇਗਾ 84 ਜਾ ਪੜਨਾ। ਕਹਿੰਦੇ ਜਿਹੜਾ ਕੰਮ ਕਰਨ ਵਾਲਾ ਉਹ ਨਾ ਕੀਤਾ, ਜਿਹੜਾ ਕੰਮ ਕਰਨ ਵਾਲਾ ਸੀ ਉਹ ਕੰਮ ਨਾ ਕੀਤਾ, ਸਤਿਗੁਰਾਂ ਦੇ ਨਾਲ ਉਹ ਪਿਆਰ ਨਾ ਬਣਿਆ, ਉਹ ਜਿਹੜੀ ਸੇਵਾ ਸਤਿਗੁਰ ਕਹਿੰਦੇ ਨੇ ਉਹ ਚੀਜ਼ ਨਾ ਬਣੀ, ਉਹ ਜਿਹੜੀ ਪੜ੍ਹਾਈ ਲਿਖਾਈ ਨਾ ਹੋਈ, ਅਤੇ ਫਿਰ ਇਹ ਸਾਰਾ ਕੁਛ ਕਰ ਕਰਾ ਕੇ ਵੀ ਕਹਿੰਦੇ ਲਾਸਟ 'ਤੇ ਹੈ ਕੀ, ਇਸ ਕਹਿੰਦੇ ਤਨ ਨੇ ਤਾਂ ਖਾਕ ਹੋ ਜਾਣਾ ਹੈ। ਕਹਿੰਦੇ ਤਨ ਤੋਂ ਤੇਰਾ ਖਾਕ ਮਿਲੇਗਾ 84 ਜਾ ਪੜਨਾ। ਕਹਿੰਦੇ 84 ਦੇ ਵਿੱਚ ਜਿਸ ਤਰ੍ਹਾਂ ਹੁਣ ਅਸੀਂ ਬੜਾ ਮਾਣ ਕਰਦੇ ਹਾਂ, ਸਾਨੂੰ ਬੜਾ ਗਿਆਨ ਹੈ, ਸਾਨੂੰ ਬੜਾ ਪਤਾ ਹੈ, ਸਾਡੀ ਸਮਝ ਤੋਂ ਵੱਧ ਕਿਸੇ ਦੀ ਸਮਝ ਨਹੀਂ, ਸਾਡੇ ਕੋਲ ਬਾਹਰਲੇ ਪਦਾਰਥਾਂ ਦਾ ਮਾਣ ਹੈ, ਵਸਤਾਂ ਦਾ ਮਾਣ ਹੈ। ਕਹਿੰਦੇ ਇਹ ਜਦੋਂ 84 'ਚ ਪੈ ਗਿਆ, ਉਹੀ ਜਿਸ ਤਰ੍ਹਾਂ ਕਬੀਰ ਸਾਹਿਬ ਨੇ ਫਰਮਾਇਆ ਕਿ ਰਾਜੇ ਬਾਰੇ ਮਿਸਾਲ ਦਿੱਤੀ ਕਿ ਬਈ ਗਧੇ ਦੀ ਜੂਨ ਪਿਆ ਅਤੇ ਸਾਰਾ ਦਿਨ ਉਹਨੂੰ ਜੋ ਕੇ ਕੰਮ ਲਿਆ ਜਾਂਦਾ ਹੈ, ਉਹਨੂੰ ਘਾਵ ਨਹੀਂ ਪਾਇਆ ਜਾਂਦਾ।
ਰਾਣੀ ਦੀ ਇੱਕ ਜਗ੍ਹਾ ਮਿਸਾਲ ਦਿੱਤੀ ਕਿ ਰਾਣੀ ਸੀ ਤੇ ਬੜਾ ਆਪਣਾ ਮਾਣ ਕਰਦੀ ਸੀ ਆਪਣੀ ਸੁੰਦਰਤਾ ਦਾ, ਬੜਾ ਆਪਣੇ ਉਸ ਚੀਜ਼ ਦਾ ਹੰਕਾਰ ਸੀ, ਉਹਨੂੰ ਸਾਰੀ ਉਮਰ ਉਸ ਹੰਕਾਰ 'ਚ ਕੱਢ ਦਿੱਤੀ। ਜਿਹੜਾ ਕੰਮ ਕਰਨ ਵਾਲਾ ਨਹੀਂ ਕੀਤਾ, ਅਗਲੀ ਜੂਨ ਦੇ ਵਿੱਚ ਕੁੱਤੀ ਦਾ ਜਿਹੜਾ ਉਹਨਾਂ ਨੇ ਕਿਹਾ ਕਿ ਜੂਨ ਮਿਲੀ, ਤੇ ਕਹਿੰਦੇ ਗਲੀ ਗਲੀ ਭੌਂਕਤ ਫਿਰੇ ਟੂਕ ਨਾ ਡਰੇ ਕੋਈ। ਉਸੇ ਹੀ ਗਲੀ ਰਾਜੇ ਮਹਿਲ 'ਚ ਰਾਣੀ ਬਣ ਕੇ ਰਹੀ। ਜਦੋਂ ਅਗਲਾ ਜਨਮ ਮਿਲਿਆ ਉੱਥੇ ਗਲੀਆਂ ਦੇ ਵਿੱਚ ਭੌਂਕਦੀ ਫਿਰਦੀ ਹੈ, ਕਿਸੇ ਨੂੰ ਪਛਾਣ ਨਹੀਂ, ਕੋਈ ਉਹਨੂੰ ਟੁੱਕ ਨਹੀਂ ਪਾਉਂਦਾ ਕੋਈ। ਕਹਿੰਦੇ ਇਹਦਾ ਕਾਹਦਾ ਮਾਣ ਕਰਨਾ। ਗੱਲ ਤਾਂ ਇਹ ਸੀ ਕਿ ਇਸ ਤੋਂ ਤਰੱਕੀ ਕਰਦੇ, ਇਸ ਕਰਕੇ ਉਹ ਕਹਿੰਦੇ ਕਿ ਗੁਮਾਨ ਜਿਹੜਾ ਆ ਇਹਨੂੰ ਛੱਡ ਦਈਏ, ਕਿਉਂਕਿ ਸਗੋਂ ਫਰਮਾਇਆ ਬਣ ਜੀ ਫਰਮਾਇਆ ਹੈ ਕਿ ਪ੍ਰਭ ਜੀ ਹੰਕਾਰ ਨਾ ਪਾਇੰਦਾ, ਕਿਸੇ ਤਰ੍ਹਾਂ ਦਾ ਵੀ ਹੰਕਾਰ ਹੋਵੇ ਉਹ ਨਹੀਂ ਮਨਜ਼ੂਰ ਹੈਗਾ। ਹੰਕਾਰ ਜਿਹੜਾ ਇਹ ਡੋਬ ਦਿੰਦਾ, ਇਹਦਾ ਬਹੁਤ ਜਿਸ ਤਰ੍ਹਾਂ ਕਿ ਭਾਰ ਹੈ, ਇਹ ਕੋਈ ਵੀ ਬੇੜਾ ਜਿਹੜਾ ਉਹਨੂੰ ਡੋਬ ਦਿੰਦਾ ਹੈ। ਬੜੇ ਬੜੇ ਜਿਹੜੇ ਯਤੀ ਸਤੀ, ਬੜੇ ਬੜੇ ਭਗਤੀ ਕਰਨ ਵਾਲੇ, ਜਦੋਂ ਮਨ 'ਚ ਹੰਕਾਰ ਆ ਗਿਆ, ਜਦੋਂ ਹੰਕਾਰ ਆ ਗਿਆ ਉਦੋਂ ਉਹ ਗੁਰੂ ਵਾਲਾ ਜਿਹੜਾ ਦਇਆ ਵਾਲਾ ਹੱਥ ਆ ਪਿੱਛੇ ਹੋ ਜਾਏਗਾ। ਬੜੇ ਬੜੇ ਜਿਹੜੇ ਸੀ ਰਾਜੇ ਮਹਾਰਾਜੇ ਜਾਂ ਬੜੇ ਬੜੇ ਸੂਰਮੇ ਜਿਹੜੇ ਸੀ, ਜਦੋਂ ਤੱਕ ਉਸ ਦਇਆ ਦੇ ਹੱਥ ਥੱਲੇ ਰਹੇ, ਗੁਰੂ ਦੇ ਆਗਿਆ 'ਚ ਰਹੇ, ਤੇ ਸਭ ਕੁਝ ਠੀਕ ਰਿਹਾ। ਜਦੋਂ ਗੁਰੂ ਦਾ ਬਚਨ ਲੰਘਿਆ, ਉਹਨੇ ਕਿਹਾ ਸਤਿਗੁਰੂ ਬਚਨ ਉਲੰਘ ਕੇ ਜਹਾਂ ਜੀਵ ਜੇ ਜਾਏ, ਜਹਾਂ ਜਾਏ ਤਹਾਂ ਕਾਲ ਹੈ ਕਹੇ ਕਬੀਰ ਸਿੰਘ। ਜਦੋਂ ਉਹ ਕੋਈ ਵੀ ਨਹੀਂ ਲੰਘਣਾ ਚਾਹੁੰਦਾ, ਕੋਈ ਸਿੱਖ ਨਹੀਂ ਗੁਰੂ ਦਾ ਹੁਕਮ ਲੰਘਣਾ ਚਾਹੁੰਦਾ, ਪਰ ਜਦੋਂ ਕਿਸੇ ਚੀਜ਼ ਦਾ ਹੰਕਾਰ ਆ ਜਾਂਦਾ ਮਨ ਦੇ ਵਿੱਚ, ਕਿਸੇ ਵੀ ਚੀਜ਼ ਦਾ, ਤੇ ਫਿਰ ਬੰਦਾ ਸੋਚਦਾ ਕੋਈ ਗੱਲ ਨਹੀਂ ਹੈਗੀ, ਉੱਥੇ ਹੀ ਮਾਰ ਖਾਂਦਾ ਹੈ। ਤਾਂ ਉਹਨੇ ਫਰਮਾਇਆ ਕਿ ਬਈ ਇਹ ਤਨ ਜਿਹੜਾ ਵੇ ਰਹਿਣਾ ਨਹੀਂ ਹੈਗਾ, ਇਹਦੇ ਨਾਲ ਜਿੰਨੀਆਂ ਚੀਜ਼ਾਂ ਜੋ ਜੋ ਅਸੀਂ ਹਾਸਲ ਕੀਤੀਆਂ ਇਹ ਵੀ ਨਹੀਂ ਰਹਿਣੀਆਂ, ਇਸ ਕਰਕੇ ਸਭ ਕੁਝ ਤੇ ਚਲੇ ਜਾਣਾ ਹੈ, ਤੇ ਬਈ ਜਿਹੜਾ ਕੰਮ ਕਰਨ ਵਾਲਾ ਉਹ ਕਰਨਾ ਹੈ। ਹੁਣੇ ਪਹਿਲਾਂ ਸ਼ਬਦ ਬੋਲਦੇ ਪਏ ਸੀ ਗੁਰਮਤਿ ਸੇਵਾਦਾਰ ਕੰਵਲ ਜੀ, ਤੇ ਮੈਂ ਉਹੀ ਸੁਣਦਾ ਪਿਆ ਸੀ ਕਿ ਬਹੁਤ ਵਧੀਆ ਹੈ ਵਾਣੀ, ਲੇਕਿਨ ਮੈਂ ਕਈ ਵਾਰ ਕਿਹਾ ਕਿ ਜਦੋਂ ਅਸੀਂ ਧਿਆਨ ਦੇਵਾਂਗੇ, ਬਾਹਰ ਵੀ ਸੇਵਾਦਾਰਾਂ ਕੋਲ ਬੈਠੀ ਹੋਈ ਕੱਲ੍ਹ ਵੀ ਗੱਲ ਹੋ ਰਹੀ ਸੀ ਕਿ ਜੇ ਸਤਸੰਗ ਸੁਣ ਕੇ, ਸੇਵਾ ਕਰਕੇ, ਮੱਥੇ ਟੇਕ ਕੇ ਕਰਮ ਨਹੀਂ ਸਾਡਾ ਬਦਲਿਆ, ਜਿਹੜਾ ਕਰਮ ਅਸੀਂ ਕਰਦੇ ਹਾਂ, ਜਿਹੜੇ ਕਰਮਾਂ ਕਰਕੇ ਸਾਨੂੰ 84 'ਚ ਜਾਣਾ ਪੈਂਦਾ, ਜੋ ਕਰਮ ਨਹੀਂ ਬਦਲਦਾ ਗੁਰੂ ਨੂੰ ਮਿਲ ਕੇ, ਤੇ ਫਿਰ ਅਸੀਂ ਕਾਹਦੀ ਆਸ ਰੱਖਾਂਗੇ। ਕਰਮ ਬਦਲਣਾ ਜ਼ਰੂਰੀ ਹੈ। ਹੁਣ ਇੱਕ ਚੋਰ ਏ, ਉਹ ਚੋਰੀ ਕਰਦਾ, ਕਿਸੇ ਨੂੰ ਨਹੀਂ ਮੰਨਦਾ, ਕਿਸੇ ਨੂੰ ਨਹੀਂ ਕਰਦਾ, ਲੇਕਿਨ ਉਹ ਫਿਰ ਬਾਅਦ ਦੇ ਵਿੱਚ ਉਹਦੇ ਜੀਵਨ ਦੇ ਵਿੱਚ ਇੱਕ ਮੋੜ ਆਉਂਦਾ, ਗੁਰੂ ਮਿਲਦਾ ਹੈ, ਗੁਰੂ ਉਹਨੂੰ ਸਿੱਖਿਆ ਦਿੰਦਾ ਹੈ, ਉਹਨੂੰ ਦੱਸਦਾ ਹੈ ਕਿ ਬਈ ਗਿਆਨ ਨਹੀਂ ਸੀ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਆਹ ਚੀਜ਼ ਮਾੜੀ ਏ, ਬਈ ਇਹਦਾ ਨਤੀਜਾ ਮਾੜਾ ਨਿਕਲਣਾ ਹੈ, ਪਰ ਉਹ ਜਾਂਦਾ ਹੈਗਾ ਏ, ਮੱਥੇ ਵੀ ਟੇਕਦਾ, ਸਭ ਕੁਝ ਕਰਦਾ, ਪਰ ਚੋਰੀ ਨਹੀਂ ਛੱਡਦਾ। ਹੁਣ ਇੱਕ ਦਿਨ ਤੋਂ ਫਿਰ ਫੜਿਆ ਹੀ ਜਾਏਗਾ, ਜਿਸ ਦਿਨ ਪੁਲਿਸ ਕੋ ਫੜਿਆ ਜਾਏਗਾ ਉਸ ਦਿਨ ਮਾਰ ਪਏਗੀ, ਜੇਲ੍ਹ ਜਾਏਗਾ, ਫਿਰ ਉਹ ਕੀ ਕਹੇਗਾ, ਲਓ ਮੈਨੂੰ ਗੁਰੂ ਨੇ ਬਚਾਇਆ ਨਹੀਂ। ਗੁਰੂ ਨੇ ਕੋਈ ਐਸਾ ਮੰਤਰ ਨਹੀਂ ਮਾਰਨਾ ਕਿਸੇ ਨੇ ਕਿ ਕੋਈ ਇਸ ਤਰੀਕੇ ਦਾ ਕੰਮ ਕਰਨਾ ਕਿ ਉਹਨੇ ਸਾਨੂੰ ਇਹੋ ਜਿਹੀਆਂ ਚੀਜ਼ਾਂ, ਉਹਨੇ ਸਾਨੂੰ ਇੱਕ ਸਿੱਖਿਆ ਦੇਣੀ ਹੈ, ਇੱਕ ਐਸਾ ਰਸਤਾ ਦਿਖਾਉਣਾ ਹੈ ਉਹਨੇ। ਜਿਸ ਤਰ੍ਹਾਂ ਕਿਹਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ। ਪੰਥ ਕਹਿੰਦੇ ਨੇ ਰਸਤੇ ਨੂੰ, ਇੱਕ ਰਸਤਾ ਉਹਨਾਂ ਨੇ ਐਸਾ ਬਣਾਇਆ, ਦੱਸਿਆ ਕਿ ਇਸ ਰਸਤੇ 'ਤੇ ਚੱਲੋ। ਸਿੱਖ ਦੀ ਡੈਫੀਨੇਸ਼ਨ ਦੱਸੀ ਕਿ ਸਿੱਖ ਹੈ ਕੀ ਹੈ, ਬੜਾ ਖੋਲ੍ਹ ਕੇ ਉਹਦੇ ਵਿੱਚ ਦੱਸਿਆ ਕਿ ਸਿੱਖ ਜਿਹੜਾ ਆ ਬਈ ਉਹ ਖਾਲਸਾ, ਖਾਲਸ ਜਿਹਨੂੰ ਕਹਿੰਦੇ ਆ ਕਿ ਬਿਲਕੁਲ ਕੋਈ ਮਿਲਾਵਟ ਨਹੀਂ ਜਰਾ ਜਿੰਨੀ ਵੀ। ਲੇਕਿਨ ਟਾਈਮ ਦੇ ਨਾਲ ਕੁਰੀਤੀਆਂ ਜਿਹੜੀਆਂ ਅਸੀਂ ਆ ਗਈਆਂ, ਉਹਨਾਂ ਚੀਜ਼ਾਂ ਦੇ ਵਿੱਚ ਵੀ ਅਸੀਂ ਅੱਜ ਉਹ ਚੀਜ਼ਾਂ ਕਰਕੇ, ਬਾਣੇ ਪਾ ਕੇ, ਸਭ ਕੁਛ ਕਰਕੇ ਵੀ ਫਿਰ ਵੀ ਉਹੀ ਹਰਕਤਾਂ ਕਰਦੇ, ਫਿਰ ਅਸੀਂ ਦੋਸ਼ ਕਿਹਨੂੰ ਦਿੰਦੇ ਹਾਂ? ਗੁਰੂ ਨੂੰ। ਇਸੇ ਕਰਕੇ ਸਾਨੂੰ ਰਸਤਾ ਬਦਲਣੇ ਪੈਂਦੇ ਨੇ। ਫਿਰ ਸੋਚਦੇ ਹਾਂ ਨਹੀਂ ਹੁਣ ਇਹ ਗੁਰੂ ਨਹੀਂ ਕੰਮ ਕਰ ਰਿਹਾ, ਹੁਣ ਦੂਜੇ ਗੁਰੂ ਕੋਲ ਚੱਲੀਏ, ਹੁਣ ਉੱਥੋਂ ਨਹੀਂ ਹੋ ਰਿਹਾ, ਹੁਣ ਫਲਾਣੇ ਕੋਲ ਚੱਲੀਏ। ਤੇ ਲੈਣਾ ਕੀ ਆ? ਉਹ ਜਿਹੜੀ ਚੀਜ਼ ਅਕਲ, ਜਿਹੜੀ ਉਹਨੇ ਕਹਿੰਦਾ, ਜਿਸ ਤਰ੍ਹਾਂ ਸ਼ਬਦ ਬੋਲਿਆ, ਇਲਮਾਂ ਤੇ ਅਕਲਾਂ ਵਾਲਿਓ ਇੱਕ ਅਰਜ਼ ਹੈ ਨਦਾਨ ਦੀ। ਹੁਣ ਇਹ ਸ਼ਬਦ ਆਪਾਂ ਸਾਰਿਆਂ ਨੇ ਸੁਣਿਆ ਹੈ। ਉਹਨੇ ਕਿਹਾ ਕਿ ਇਲਮਾਂ ਤੇ ਅਕਲਾਂ ਵਾਲਿਓ ਇੱਕ ਅਰਜ਼ ਹੈ ਨਦਾਨ ਦੀ, ਉਹ ਅਕਲ ਮੈਨੂੰ ਦੇ ਦਿਓ ਸਤਿਗੁਰ ਨੂੰ ਜੋ ਪਹਿਚਾਣਦੀ। ਕਿੱਡੀ ਵੱਡੀ ਚੀਜ਼ ਹੈ ਅਕਲ। ਕਾਹਦੇ? ਸਾਡੀ ਸਾਰੀ ਅਕਲ ਜਿਹੜੇ ਆ ਉਸ ਚੀਜ਼ ਨੂੰ ਆ ਜਾਵੇ, ਜੇ ਉਹ ਖੋਜ 'ਚ ਲੱਗ ਜਾਵੇ ਕਿ ਜਿਹੜੀ ਇੰਨੀ ਅਕਲ ਆ ਜਾਵੇ ਕਿ ਬਈ ਜੋ ਸਤਿਗੁਰ ਕਹਿੰਦਾ ਹੈ ਉਹ ਮਨ ਨੂੰ ਭਾ ਜਾਵੇ। ਲੇਕਿਨ ਸਾਰੇ ਕੰਮ ਅਕਲਾਂ ਦੇਣ ਵਾਲੇ ਸਾਨੂੰ ਬਹੁਤ ਨੇ, ਠੀਕ ਹੈ ਨਾ, ਪਰ ਉਹ ਜਿਹੜੀ ਅਕਲ ਕੋਈ ਨਹੀਂ ਦਿੰਦਾ ਕਿ ਜਿਹੜੀ ਸਾਨੂੰ ਗੁਰੂ ਦੇ ਨਜ਼ਦੀਕ ਲੈ ਜਾਏ। ਜਿਹੜੀ ਵੀ ਚੀਜ਼ ਸਾਨੂੰ ਉਸ ਤੋਂ ਦੂਰ ਕਰ ਰਹੀ ਹੈ,
ਜਿਹੜੀ ਵੀ ਚੀਜ਼ ਉਸ ਚੀਜ਼ ਤੋਂ ਸਾਨੂੰ ਦੂਰ ਕਰਦੀ ਏ, ਮਤਲਬ ਕਿ ਉਹ ਸਾਨੂੰ ਗਿਰਾਵਟ 'ਚ ਲੈ ਕੇ ਜਾ ਰਹੀ ਹੈ, ਉਹ ਸਾਨੂੰ ਡੋਬ ਰਹੀ ਹੈ। ਬੜੀ ਜਗ੍ਹਾ 'ਤੇ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਗੁਰੂ ਬੋਹਿਤ, ਕਿ ਗੁਰੂ ਹੀ ਉਹ ਬੇੜਾ ਹੈ ਵੀ ਉਹ ਜੜਜੇ 'ਤੇ ਬੈਠ ਕੇ ਅਸੀਂ ਤਰਨਾ ਹੈ। ਜਿਹੜਾ ਸਾਨੂੰ ਉਸ ਚੀਜ਼, ਕੋਈ ਵੀ ਐਸੀ ਸਾਨੂੰ ਕੋਈ ਮਨ ਸ਼ੈਤਾਨੀ ਕਰਦਾ ਹੈ, ਉਹ ਚੀਜ਼ ਹੁੰਦੀ ਹੈ, ਅਤੇ ਇਹਦਾ ਮਤਲਬ ਕਿ ਅਸੀਂ ਫੇਲ ਹੋ ਰਹੇ ਹਾਂ। ਤਾਂ ਕਿਹਾ ਕਿ ਉਹ ਅਕਲ ਮੈਨੂੰ ਦੇ ਦਿਓ ਸਤਿਗੁਰੂ ਨੂੰ ਜੋ ਪਹਿਚਾਣਦੇ, ਕਿ ਆਹ ਜਿਹੜੀ ਚੀਜ਼ ਹੈ ਅਸੀਂ ਕੀ ਲੈਣ ਆਉਂਦੇ ਇੱਥੇ। ਗੁਰੂ ਮਹਾਰਾਜ ਨੇ ਫਰਮਾਇਆ ਸੀ ਰਾਹ 'ਚ ਥੋੜ੍ਹੇ ਮੰਦਿਰ ਗੁਰਦੁਆਰੇ ਕੋਈ ਚੀਜ਼ਾਂ ਆਉਂਦੀਆਂ ਨੇ, ਸਭ ਛੱਡ ਕੇ ਅਸੀਂ ਕਾਹਦੇ ਵਾਸਤੇ ਗੁਰੂ ਪਾਸ ਆਉਂਦੇ ਹਾਂ, ਕਿ ਸਾਨੂੰ ਉਹ ਅਕਲ ਮਿਲ ਜੇ, ਉਹ ਅੱਖ ਮਿਲ ਜੇ ਜਿਹੜੀ ਗੁਰੂ ਨੂੰ ਪਹਿਚਾਣਦੀ ਹੈ। ਕਾਹਦੇ ਵਾਸਤੇ ਅਸੀਂ ਇਹ ਰਸਤਾ ਚੁਣਿਆ, ਕਿਸ ਵਾਸਤੇ ਅਸੀਂ ਇਸ ਰਸਤੇ ਦੇ ਉੱਤੇ ਜਿਹੜਾ ਕਹਿ ਰਹੇ ਹਾਂ ਅਸੀਂ ਆਪਣੇ ਆਪ ਨੂੰ ਮਾਣ ਕਰ ਰਹੇ ਹਾਂ। ਕਿਉਂਕਿ ਜਿਸ ਚੀਜ਼ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ, ਕਹਿੰਦੇ ਸੜ ਜਾਏ ਉਹ ਸਭਾ ਜਹਾਂ ਨਹੀਂ ਚਰਚਾ ਨਾਮ ਕੀ, ਦੁੱਲੇ ਬਿਨਾ ਬਰਾਤ ਕਹੋ ਕਿਸ ਕੰਮ ਕੀ। ਜਿਸ ਬਰਾਤ 'ਚ ਦੁੱਲਾ ਹੀ ਨਹੀਂ ਹੈਗਾ, ਉਹ ਕਹਿੰਦੇ ਕਿ ਉਹ ਕਾਹਦੀ ਬਰਾਤ ਹੈ। ਜਦੋਂ ਸਾਡੇ ਅਸੀਂ ਚੱਲ ਆਪਣੇ ਕੰਮ ਹੀ ਕਰ ਰਹੇ ਹਾਂ, ਜੋ ਆਪਣੇ ਮਨ ਮਤ ਕਰ ਰਹੇ ਹਾਂ, ਗੁਰੂ ਦੀ ਮੱਤ ਹੀ ਨਹੀਂ ਹੈਗੇ ਸਾਡੇ ਜੀਵਨ 'ਚ, ਸਾਡੇ ਜੀਵਨ ਦੇ ਵਿੱਚ ਗੁਰੂ ਦੀ ਕੋਈ ਕਦਰ ਨਹੀਂ ਹੈਗੀ, ਗੁਰੂ ਦਾ ਕੋਈ ਸਥਾਨ ਨਹੀਂ ਹੈਗਾ, ਅਤੇ ਫਿਰ ਅਸੀਂ ਜੋ ਮਰਜ਼ੀ ਦੋਸ਼ ਦੇਈਏ, ਜੋ ਮਰਜ਼ੀ ਕਰੀਏ, ਉਹਦਾ ਕੋਈ ਫਾਇਦਾ ਨਹੀਂ। ਅਸੀਂ ਆਪਣੇ ਪੈਰਾਂ 'ਤੇ ਆਪ ਕੁਹਾੜੀ ਜਿਹੜੀ ਆ ਉਸ ਚੀਜ਼ ਨੂੰ ਕਰਦੇ ਹਾਂ। ਉਹਨੇ ਕਿਹਾ ਕਿ ਤਨ ਤੋਂ ਤੇਰਾ ਖਾਕ ਮਿਲੇਗਾ 84 ਜਾਂ ਪੜਨਾ, ਬਈ ਜੇ ਉਸ ਰਸਤੇ 'ਤੇ ਆ ਕੇ ਵੀ ਸਾਨੂੰ ਫਿਰ 84 'ਚ ਜਾਣਾ ਪਿਆ, ਅਤੇ ਬਈ ਫਿਰ ਕੀ ਉਹਦਾ ਕੋਈ ਹੋਇਆ ਇੰਨਾ ਆਪਣਾ ਤਿਆਗ ਕਰਨ ਦਾ ਸਾਰੀਆਂ ਚੀਜ਼ਾਂ ਦਾ। ਹਾਂਜੀ। ਮਨ ਰੇ ਕਿਉਂ ਗੁਮਾਨ ਅਬ ਕਰਨਾ, ਤਨ ਤੋ ਤੇਰਾ ਖਾਕ ਮਿਲੇਗਾ 84 ਜਾ ਪੜਨਾ। दीन गरीबी चित में तरना, काम करोध से बचना। ਹੁਣ ਇਹ ਜਿਹੜੀ ਚੀਜ਼ ਹੈ, ਰਸਤਾ ਤਾਂ ਹੈਗਾ ਸੀ ਨਿਮਰਤਾ ਦਾ, ਨੀਵੇਂ ਹੋਣ ਦਾ, ਅਸੀਂ ਰਸਤਾ ਅਪਣਾ ਲਿਆ, ਪਰ ਮਾਣ ਹੋਰ ਵੀ, ਹੰਕਾਰ ਹੋਰ ਵੀ ਵੱਧ ਗਿਆ। ਅਸੀਂ ਆਪਣੇ ਆਪ ਨੂੰ ਸਮਝਣ ਲੱਗ ਪਏ ਅਸੀਂ ਤਾਂ ਦੁਨੀਆ ਤੋਂ ਵੱਖਰੇ ਹਾਂ ਜੀ, ਅਸੀਂ ਤਾਂ ਜੀ ਲੋਕਾਂ ਨਾਲ ਥੋੜ੍ਹਾ ਰਲ, ਜੇ ਕੋਈ ਮਾੜੀ ਜੀ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਅਸੀਂ ਕਹਿੰਦੇ ਤੂੰ ਗਾਂਹ ਜਾ, ਤੂੰ ਕੀ ਵੇਖਿਆ, ਸਾਨੂੰ ਜਿੰਨਾ ਪਤਾ ਤੈਨੂੰ ਥੋੜ੍ਹਾ ਪਤਾ ਹੈ। ਲੇਕਿਨ ਇਸ ਰਸਤੇ 'ਤੇ ਚੱਲ ਕੇ ਤੇ ਕੀ ਆਉਣਾ ਸੀ, ਦੀਨਤਾ ਆਉਣੀ ਸੀ। ਕਹਿੰਦਾ ਫਰਮਾਇਆ ਹੋਰ ਵੀ ਨੀਵਾਂ ਹੋ ਫਕੀਰਾ, ਹੋਰ ਵੀ ਨੀਵਾਂ ਹੋ ਫਕੀਰਾ, ਹੋਰ ਵੀ ਨੀਵਾਂ ਹੋ, ਪਾਏਗਾ ਦੀਦਾਰ ਸਾਈਂ ਦਾ ਓਲਾ ਰਹੇ ਨਾ ਕੋ। ਉਹ ਸਾਈਂ ਦਾ ਦੀਦਾਰ ਵਾਸਤੇ ਨੀਵੇਂ ਹੋਣਾ ਸੀ, ਪਰ ਇਹ ਆਪਣੇ ਆਪ 'ਤੇ ਹੀ ਬਸ ਮਾਣ ਹੰਕਾਰ ਕਰੀ, ਸੁਣਦਾ ਹੀ ਨਹੀਂ ਕਿਸੇ ਦੀ ਕੋਈ ਵੀ ਗੱਲ। ਇੱਕ ਪਾਸੇ ਅਸੀਂ ਕੀ ਕਹਿੰਦੇ ਹਾਂ, ਅਸੀਂ ਤਾਂ ਸੇਵਾਦਾਰ ਹਾਂ ਜੀ, ਸੇਵਾਦਾਰ ਦੇ ਮਤਲਬ ਦਾ ਹੀ ਨਹੀਂ ਪਤਾ ਕਿ ਬਈ ਸੇਵਾਦਾਰ ਕਹਿੰਦੇ ਕਿਹਨੂੰ ਹੈ। ਬਾਕੀ ਚੀਜ਼ਾਂ ਤਾਂ ਸਾਰੀ ਦੁਨੀਆ ਹੀ ਕਰ ਰਹੀ, ਮੈਂ ਕਈ ਵਾਰ ਦੱਸਿਆ ਹੈ, ਜਾ ਕੇ ਦੇਖੀਏ ਕਿ ਫੈਕਟਰੀਆਂ ਦੇ ਵਿੱਚ ਕਿੱਦਾਂ ਮਜ਼ਦੂਰੀ ਕਰਦੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਾਰੇ, ਕਿਤੇ ਰੋਟੀ ਖਾਣ ਦਾ ਟਾਈਮ ਨਹੀਂ, ਕਿਤੇ ਕਦੀ ਕੋਈ ਗਾਲਾਂ ਕੱਢ ਰਿਹਾ ਹੈ, ਕੋਈ ਉਹਨਾਂ ਨੂੰ ਧੱਕੇ ਮਾਰ ਰਿਹਾ ਹੈ, ਵਾਧੂ ਜੋ ਮਰਜ਼ੀ ਠੀਕ ਹੋਣ ਨਾ ਹੋਣ ਕਰ ਰਹੇ ਨੇ। ਅਸੀਂ ਉਹਨਾਂ ਨੂੰ ਇਹ ਕਦੀ ਨਹੀਂ ਕਿਹਾ ਕਿ ਉਹ ਸਾਰੀ ਉਮਰ ਮਜ਼ਦੂਰੀ ਕਰਦਾ, ਪਰ ਇਹ ਨਹੀਂ ਕਹਿੰਦਾ ਕਿ ਮੈਂ ਸੇਵਾ ਕਰ ਰਿਹਾ, ਇਹ ਨਹੀਂ ਕਹਿੰਦਾ ਮੈਂ ਉਹ ਸਾਰੀ ਉਮਰ ਉਹ ਫੈਕਟਰੀ ਦੀ ਸੇਵਾ ਕੀਤੀ ਹੈ। ਉਹੀ ਕੰਮ ਅਸੀਂ ਵੀ ਕਰਦੇ ਹਾਂ। ਕੋਈ ਵੀ ਜਿਸ ਤਰ੍ਹਾਂ ਦਾ ਕੋਈ ਜੋ ਵੀ ਸੰਸਾਰੀ ਕਰਮ ਹੁੰਦੇ ਨੇ, ਮੈਂ ਕਈ ਵਾਰ ਦੱਸਿਆ ਹੈ ਕਿ ਜਿਸ ਤਰ੍ਹਾਂ ਅਸੀਂ ਸਫਾਈਆਂ ਕਰਦੇ ਹਾਂ, ਝਾੜੂ ਮਾਰਦੇ ਹਾਂ, ਫੁਲਕੇ ਪਕਾਉਂਦੇ ਹਾਂ, ਵਰਤਾਉਂਦੇ ਹਾਂ, ਜਿਹੜੇ ਵੀ ਕੰਮ ਕਰਦੇ ਹਾਂ, ਜਿੰਨੇ ਵੀ ਹੈਗੇ ਨੇ, ਸਤਿਗੁਰੂ ਨੇ ਬਾਂਹ ਖੜੀ ਕਰਕੇ ਦੱਸਿਆ ਕਿ ਸਤਿਗੁਰਾਂ ਨੇ ਕਿਹੜੀ ਕਮੀ ਛੱਡੀ ਕਿ ਬਸ। ਪਰ ਅਸੀਂ ਦੇਖੀਏ ਕਿ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਫਰਮਾਇਆ ਸੀ ਕਿ ਕੋਈ ਸਾਨੂੰ ਪਾਣੀ ਵੀ ਪਿਆ ਦਿੰਦਾ ਹੈ ਨਾ, ਅਤੇ ਪਿਆਸੇ ਹੋਈਏ ਤਾਂ ਅਸੀਂ ਕਹਿੰਦੇ ਜੀ ਧੰਨਵਾਦ ਤੁਹਾਡਾ ਜੀ, ਉਸੇ ਵੇਲੇ ਕਹਿੰਦੇ ਧੰਨਵਾਦ ਤੁਹਾਡਾ। ਸਤਿਗੁਰਾਂ ਦੀ ਇੰਨੀ ਦਇਆ ਕਿਰਪਾ ਹੁੰਦੀ ਹੈ, ਅਸੀਂ ਕਦੋਂ ਸ਼ੁਕਰਾਨਾ ਕੀਤਾ ਹੈ, ਕਦੋਂ ਅਸੀਂ ਸ਼ੁਕਰਾਨਾ, ਜਿਸ ਤਰ੍ਹਾਂ ਹੁੰਦਾ ਹੈ ਕਿ ਉਹਨੇ ਕਿਹਾ ਕਿ ਪਾਣੀ ਪਿਆ ਉਸੇ ਵੇਲੇ ਸ਼ੁਕਰਾਨਾ ਕਰ ਦਿੱਤਾ। ਕਈ ਚਿਰ ਹੋ ਗਏ ਸਤਿਗੁਰ ਦਇਆ ਕਰਦੇ ਹਾਂ, ਸਾਡੇ ਕਈ ਪਰਦੇ ਢੱਕਦੇ ਹਾਂ, ਪਰ ਅਸੀਂ ਕਦੀ ਸ਼ੁਕਰਾਨਾ ਨਹੀਂ ਉਸ ਚੀਜ਼ ਦਾ ਨਿਕਲਦਾ।
तो उन्होंने फरमाया है कि दीन गरीबी चित्त में धरना, काम क्रोध से बचना। जे सेवादार बन के भी वो चीज़ां मन 'ਚ ਚੱਲ ਰਹੀਆਂ ਨੇ, ਇਹਦਾ ਮਤਲਬ ਕਿ ਹਜੇ ਸੇਵਾਦਾਰੀ ਦੇ ਵਿੱਚ ਕਮੀ ਹੈ, ਹਜੇ ਸੇਵਾਦਾਰ ਨਹੀਂ ਬਣਿਆ। ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈ ਕਿ ਉਹਨਾਂ ਨੇ ਕਿਹਾ ਕਿ ਖਾਲਸਾ, ਜਿਹੜੇ ਖਾਲਸਾ ਦੀ ਜਿਹੜੀ ਡੈਫੀਨੇਸ਼ਨ ਸੀ, ਖਾਲਸਾ ਕਹਿ ਲਓ, ਸ਼ਿਸ਼ ਕਹਿ ਲਓ, ਸੇਵਾਦਾਰ ਕਹਿ ਲਓ, ਕੋਈ ਵੀ ਜਿਸ ਤਰ੍ਹਾਂ ਸਗੋਂ ਨੇ ਨਾਮ ਦੱਸੇ, ਕਈ ਵੀ ਚੀਜ਼ ਦੀ ਕਹਿ ਦਈਏ, ਹੈ ਤਾਂ ਗੱਲ ਇੱਕੋ ਹੀ ਹੈ। ਲੇਕਿਨ ਜੋ ਚੀਜ਼ਾਂ ਸਾਡੇ ਅੰਦਰ ਉਹੀ ਚੀਜ਼ਾਂ ਦੂਜਿਆਂ ਨਾਲੋਂ ਵੀ ਸਗੋਂ ਜ਼ਿਆਦਾ ਹੈ, ਤੇ ਫਿਰ ਅਸੀਂ ਸੋਚਣਾ ਪਏਗਾ ਕਿ ਅਸੀਂ ਫਿਰ ਕਾਹਦੇ ਸੇਵਾਦਾਰ। ਉਹਨਾਂ ਕਿਹਾ ਕਿ ਕਾਮ ਕ੍ਰੋਧ ਸੇ ਬਚਣਾ। ਹੁਣ ਅੱਗੇ ਜਿਸ ਤਰ੍ਹਾਂ ਸ਼ਬਦ ਦੇ ਅੱਗੇ ਉਹਨਾਂ ਨੇ ਕਿਹਾ ਕਿ ਲਾਈਨ ਬਹੁਤ ਵਧੀਆ ਸੀ, ਉਹਨਾਂ ਕਿਹਾ ਕਿ ਦੂਸਰੇ ਦੇ ਗੁਣ ਸਮਝ ਸਕਾਂ, ਉਹ ਸਲੀਕਾ ਦੇ ਦਿਓ, ਉਹ ਨਿਗਾਹ ਮੈਨੂੰ ਦੇ ਦਿਓ, ਜੋ ਨੁਕਸ ਆਪਣੇ ਜਾਣਦੀ। ਅਕਲ ਤਾਂ ਇਹ ਲੈਣੀ ਸੀ ਕਿ ਆਪਣੇ ਗੁਣ ਔਗਣ ਜਿਹੜੇ ਦਿਖ ਸਕਣ ਸਾਨੂੰ। ਅਸੀਂ ਅਕਲ ਕਾਹਦੀ ਲਈ? ਦੂਜੇ ਦੇ ਔਗਣ ਵੇਖਣ ਦੇ। ਉਹਦੇ ਅੱਗੇ ਬੜੀ ਦੁਨੀਆ ਦੇ ਵਿੱਚ ਹੈਗੀ ਹੈ, ਜਿਹਨੂੰ ਮਰਜ਼ੀ ਖੜੇ ਕਰਦੀ ਵੀ ਇਹਨਾਂ ਦੇ ਨੁਕਸ ਦੱਸੋ, ਉਸੇ ਲਈ ਲਿਸਟ ਬਣ ਜਾਏਗੀ। ਜੇ ਕਹਾਂਗੇ ਆਪਣੇ ਦੱਸੋ, ਫਿਰ ਉੱਤੋਂ ਜਿਸ ਤਰ੍ਹਾਂ ਹੀ ਮੈਂ ਕਈ ਵਾਰ ਦੱਸਿਆ ਕਿ ਬੇਨਤੀ ਅਸੀਂ ਬੋਲਦੇ ਹਾਂ, ਸਭ ਕੁਛ ਮੰਨਦੇ ਹਾਂ, ਪਰ ਜੇ ਕੋਈ ਕਹਿ ਦੇਵੇ ਫਿਰ ਅਸੀਂ ਨਹੀਂ ਮੰਨਦੇ ਹੈਗੇ। ਤੁਹਾਨੂੰ ਪਤਾ ਕਿ ਵੀ ਉਹ ਸਲੀਕਾ ਦੇ ਦਿਓ, ਉਹ ਨਿਗਾਹ ਮੈਨੂੰ ਦੇ ਦਿਓ, ਜੋ ਨੁਕਸ ਆਪਣੇ ਜਾਣਦੀ। ਗੁਰੂ ਕੋਲ ਅਸੀਂ ਉਹ ਨਿਗਾਹ ਲੈਣ ਆਉਂਦੇ ਹਾਂ ਕਿ ਜਿਹਦੇ ਨਾਲ ਸਾਨੂੰ ਆਪਣੇ ਅੰਦਰ ਦਾ ਪਤਾ ਚੱਲੇ, ਕਿਉਂਕਿ ਇਹ ਬਾਹਰ ਦਾ ਤਾਂ ਰਸਤਾ ਹੀ ਨਹੀਂ ਹੈਗਾ, ਇਹ ਅੰਦਰ ਦਾ ਰਸਤਾ ਸੀ। ਅੰਦਰ ਜਾਣਾ, ਆਪਣੇ ਅੰਦਰ ਦੇਖਣੀਆਂ ਨੇ ਜਿਹੜੀ ਉਹਨੇ ਸਾਨੂੰ ਵਚਨ ਫਰਮਾਏ ਕਿ ਤੀਰਥਾਂ ਦੇ ਨਾਤਿਆਂ ਜਿਹੜੀ ਮੈਲ ਨਹੀਂ ਲੱਥਦੀ, ਉਹ ਮੈਲ ਜਿਹੜੀ ਹੈ ਲਾਉਣ ਵਾਸਤੇ ਅਸੀਂ ਆਉਂਦੇ ਹਾਂ। ਉਹ ਮੈਲ ਜਿਹੜੀ ਅੰਦਰ ਲੱਗੀ ਹੈ, ਜਨਮ ਜਨਮ ਕੀ ਮਲ ਲੱਗ ਗਈ, ਕਾਲਾ ਹੋਇਆ ਸਵਾ, ਪਤਾ ਨਹੀਂ ਕਿੰਨੇ ਕਹਿੰਦੇ, ਉਹ ਅੰਦਰ ਜਿਹੜੀ ਇਕੱਠੀ ਹੋਈ ਮੈਲ, ਉਹਨੂੰ ਧਵਾਉਣ ਵਾਸਤੇ ਤੇ ਉਹਦੇ ਵਾਸਤੇ ਹੀ ਯਤਨ ਕਰਨਾ ਹੁੰਦਾ। ਤੇ ਉਹਦੇ ਵਾਸਤੇ ਦੀਨ ਗਰੀਬੀ ਹੋਣੀ ਬੜੀ ਜ਼ਰੂਰੀ ਹੈ। ਜੇ ਮਨ ਦੇ ਵਿੱਚ ਹੰਕਾਰ ਜਾਂ ਮਨ ਦੇ ਵਿੱਚ ਗੁੱਸਾ, ਕ੍ਰੋਧ, ਮਨ ਦੇ ਵਿੱਚ ਉਹ ਚੀਜ਼ਾਂ ਚੱਲ ਰਹੀਆਂ ਨੇ, ਤੇ ਫਿਰ ਉਹ ਜਿਹੜੀ ਗੱਲ ਨਹੀਂ ਬਣੇਗੀ। ਇਸ ਲਈ ਸਭ ਤੋਂ ਪਹਿਲਾਂ ਕੀ ਕਰਨਾ ਹੈ? ਸਭ ਤੋਂ ਪਹਿਲਾਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਸਭਨਾ ਕੀ ਹੋ ਰੇਣਕਾ, ਤਬ ਆਓ ਹਮਾਰੇ ਪਾਸ। ਕਾਹਦੇ ਵਾਸਤੇ ਉਹਨਾਂ ਨੇ ਗੁਰਬਾਣੀ 'ਚ ਸ਼ਰਤ ਕਾਹਦੇ ਵਾਸਤੇ ਰੱਖੀ? ਹੁਣ ਅੱਜ ਜਿਸ ਤਰ੍ਹਾਂ ਵੋਟਾਂ ਨੇ ਲਿਖੇ ਨਾ, ਬੁਲਾ ਕੇ ਇਕੱਠੇ ਕਰ ਕਰਕੇ ਲਾਲਚਾਂ 'ਤੇ ਵੀ ਆ ਕੇ ਲਾਲਚ ਦੇ ਕੇ ਵੀ ਉਹ ਚੀਜ਼ਾਂ ਹੋਣੀਆਂ ਨੇ, ਪਰ ਸਤਿਗੁਰਾਂ ਨੇ ਤਾਂ ਕੋਈ ਵੋਟਾਂ ਨਹੀਂ ਇਕੱਠੀਆਂ ਕਰਨੀਆਂ। ਉਹ ਸਾਨੂੰ ਜਿਸ ਤਰ੍ਹਾਂ ਅੱਜ ਕੱਲ੍ਹ ਜਿਹੜੇ ਲੀਡਰ ਨੇ ਵਾਅਦੇ ਕਰਦੇ ਨੇ, ਪਹਿਲਾਂ ਹੀ ਵਾਅਦੇ ਕਰਦੇ ਨੇ ਕਿ ਲਓ ਜੀ ਤੁਸੀਂ ਆਹ ਕਰੋ, ਤੁਹਾਨੂੰ ਆਹ ਦੇਵਾਂਗੇ, ਆਹ ਚੀਜ਼ ਕਰਾਂਗੇ, ਆਹ ਕਰਜ਼ੇ ਮਾਫ ਹੋ ਜਾਣਗੇ, ਆਹ ਹੋ ਜਾਏਗਾ, ਉਹ ਹੋ ਜਾਏਗਾ, ਠੀਕ ਹੈ ਨਾ। ਪਰ ਸਤਿਗੁਰਾਂ ਨੇ ਦੱਸੋ ਕਿੱਥੇ ਕਿਹਾ ਉਹਨਾਂ ਨੇ? ਕੋਈ ਸਾਨੂੰ ਇਹੋ ਜਿਹਾ ਕੋਈ ਟੋਫੀਆਂ, ਲੋਲੀਪੋਪ ਕੋਈ ਦਿੱਤੇ ਉਹਨਾਂ ਨੇ ਸਾਨੂੰ? ਉਹਨਾਂ ਨੇ ਤਾਂ ਕਿਹਾ ਪਹਿਲਾਂ ਮਰਨ ਕਬੂਲ ਕਰ। ਕੋਈ ਐਸੀ ਕੋਈ ਸਾਨੂੰ ਉਹ ਜਿਹੀ ਚੀਜ਼ ਨਹੀਂ ਦਿਖਾਲੀ ਕਿ ਬਈ ਜਿਹਦੇ ਨਾਲ ਅਸੀਂ ਬੜੇ ਆਏ। ਉਹਨਾਂ ਨੇ ਕਿਹਾ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ। ਤਾਂ ਗੁਰੂ ਕੋਲ ਕੋਈ ਆਣ ਕੇ ਫਾਇਦਾ ਹੋਣਾ ਹੈ, ਤਾਂ ਗੁਰੂ ਕੋਲ ਕੁਛ ਮਿਲਣਾ ਹੈ, ਜੇ ਆਪਣਾ ਆਪ ਤਿਆਗ ਕੀਤਾ, ਉਸ ਚੀਜ਼ ਨੂੰ ਛੱਡਿਆ, ਜੇ ਆਪਣਾ ਆਪ ਭੇਟ ਕਰ ਦਿੱਤਾ, ਉਹਨਾਂ ਦੀ ਸ਼ਰਨ 'ਚ ਆ ਗਏ। ਅਸੀਂ ਭੇਟ ਤੇ ਹੁੰਦੇ ਨਹੀਂ, ਸ਼ਰਨ 'ਚ ਤੇ ਆਉਂਦੇ ਨਹੀਂ। ਕੱਪੜਾ ਰੱਖਿਆ, ਜਿਸ ਤਰ੍ਹਾਂ ਗੁਰੂਆਂ ਨੇ ਫਰਮਾਇਆ ਸੀ ਕਿ ਇਹ ਵੀ ਧੋਬੀ ਘਾਟ ਹੈ, ਕੱਪੜਾ ਗੰਦਾ ਹੀ ਆਉਣਾ ਹੈ ਇੱਥੇ ਸਾ। ਪਰ ਜੇ ਮੰਨ ਲਓ ਕਿ ਉੱਥੇ ਆ ਕੇ ਵੀ ਕੱਪੜਾ ਆਪਣਾ ਕੋਲ ਹੀ ਰੱਖੇ, ਕੱਪੜਾ ਤਾਂ ਦੇਣਾ ਨਹੀਂ, ਹਵਾਲੇ ਕਰਨਾ ਨਹੀਂ, ਉਸ ਚੀਜ਼ ਦਾ ਵਿਸ਼ਵਾਸ ਨਹੀਂ, ਤੇ ਕਹਿਣਾ ਕਿ ਵੀ ਇਹਨੂੰ ਸਾਫ਼ ਹੋ ਜਾਵੇ, ਉਹ ਕਿੱਦਾਂ ਸਾਫ਼ ਹੋ ਜਾਏਗਾ? ਉਹਦੇ ਕੋਲ ਰਹੇਗਾ, ਉਹ ਆਪਣੇ ਤਰੀਕੇ ਨਾਲ ਜਿੱਦਾਂ ਜੋ ਠੀਕ ਸਮਝਦਾ ਹੈ। ਸਾਬਣ ਦੀ ਲੋੜ ਹੈ ਸਾਬਣ ਲਾਏਗਾ, ਥਾਪੀ ਦੀ ਲੋੜ ਹੈ ਥਾਪੀ ਚੱਲੇਗੀ, ਜਿਹੜੀ ਚੀਜ਼ ਦੀ ਲੋੜ ਹੈ ਉਹਦੇ ਨਾਲ ਦਾਗ ਲੱਥਣਾ ਚਾਹੀਦਾ। ਇਸ ਕਰਕੇ ਉਹਨਾਂ ਫਰਮਾਇਆ ਕਿ ਪਹਿਲਾਂ, ਸਭ ਤੋਂ ਪਹਿਲਾਂ ਕੀ ਹੈ? ਜੇ ਗੁਰੂ ਦੇ ਪਾਸ ਅਸੀਂ ਆਉਂਦੇ ਹਾਂ, ਜੇ ਚਾਹੁੰਦੇ ਹਾਂ ਕਿਤੇ ਵੀ ਅਸੀਂ ਕੋਈ ਚੀਜ਼ ਲੈਣਾ ਚਾਹੁੰਦੇ ਹਾਂ, ਤੇ ਉਹਦੇ ਵਾਸਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਜੇ ਤੁਸੀਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੁਰੀ ਆਓ। ਹਰ ਜਗ੍ਹਾ ਦੇ ਉੱਤੇ ਉਹਨਾਂ ਨੇ ਸਿਰ ਦੀ ਉਹ ਰੱਖੀ ਕਿ ਸਿਰ ਦੇ ਕੇ। ਸਿਰ ਦਾ ਮਤਲਬ ਇਹ ਨਹੀਂ ਕਿ ਕੋਈ ਬਾਹਰੋਂ ਸਿਰ ਵੱਢ ਕੇ ਦੇ ਦੇਣਾ ਹੈ। ਇਹ ਜਿਹੜਾ ਮਨ ਅੰਦਰ ਜਿਹੜਾ ਸਵਾਲ ਉਠਾਉਂਦਾ ਹੈ, ਮਨ ਅੰਦਰ ਜਿਹੜਾ ਆਪਣੀਆਂ ਗੁਮਾਨ ਨਹੀਂ ਛੱਡਦਾ, ਹੰਕਾਰ ਨਹੀਂ ਛੱਡਦਾ, ਮਨ ਆਪਣੇ ਆਪ 'ਚ ਸਿਆਣਾ ਵੱਡਾ ਹੋ ਕੇ ਬਹਿੰਦਾ ਹੈ, ਇਸ ਮਨ ਨੂੰ ਭੇਟ ਕਰਨਾ ਪੈਂਦਾ, ਕਿਉਂਕਿ ਦੁੱਖ ਮਨ ਨੇ ਦਿੱਤਾ ਹੈ ਸਾਨੂੰ। ਤਨ ਦੇ ਰੋਗੀ ਬਹੁਤ ਥੋੜ੍ਹੇ ਨੇ, ਤਨ ਦੀ ਦਵਾਈਆਂ ਬਾਹਰ ਹੈਗੀਆਂ ਨੇ, ਪਰ ਬਹੁਤੇ ਰੋਗ ਜਿਹੜੇ ਮਨ ਕਰਕੇ ਨੇ। ਮਨ ਕਰਕੇ ਹੀ ਸਾਡੇ ਕਰਮਾਂ ਦਾ ਲੈਣਾ ਦੇਣਾ ਹੈ।
ਮਨ ਮਨ ਹੀ ਪਹਿਲਾਂ ਮਨ ਦੇ ਵਿੱਚ ਕੋਈ ਖਿਆਲ ਆਉਂਦਾ ਹੈ ਤੇ ਫਿਰ ਹੀ ਤਨ ਹਰਕਤ ਕਰਦਾ ਹੈ। ਜੇ ਮਨ ਸ਼ਾਂਤ ਹੋ ਜਾਏ, ਮਨ ਉਸ ਧਿਆਨ 'ਚ ਆ ਜਾਵੇ ਤੇ ਫਿਰ ਇਹ ਕਰਮ ਕਿੱਦਾਂ ਕਰੇਗਾ। ਇਸ ਮਨ ਨੂੰ ਇੱਧਰੋਂ ਮੋੜ ਕੇ ਤੇ ਗੁਰੂ ਵਾਲੇ ਪਾਸੇ ਲਾਉਣਾ ਹੈ। ਤੇ ਜਦੋਂ ਮਨ ਹੀ ਨਹੀਂ ਆਪਾਂ ਭੇਟ ਕਰਦੇ, ਮਨ ਆਪਣਾ ਉਸੇ ਤਰ੍ਹਾਂ ਹੰਕਾਰ ਫੜੀ ਰੱਖਦਾ ਹੈ ਕਿ ਮੈਂ ਬਹੁਤ ਸਿਆਣਾ ਹੈ, ਮੈਨੂੰ ਬਹੁਤ ਪਤਾ ਹੈ, ਮੈਂ ਬੜੀਆਂ ਥਾਵਾਂ 'ਤੇ ਗਿਆ ਹੈ, ਮੈਨੂੰ ਇਸ ਚੀਜ਼ ਦਾ ਹੈ, ਤੇ ਫਿਰ ਇਹ ਗੁਰੂ 'ਤੇ ਵਿਸ਼ਵਾਸ ਨਹੀਂ ਕਰਦਾ, ਫਿਰ ਉਹ ਚੀਜ਼ ਬਣਦੀ ਨਹੀਂ। ਇਸ ਕਰਕੇ ਜੋ ਬਚਨ ਆਇਆ ਪਹਿਲਾਂ, ਮਨ ਰੇ ਕਿਉਂ ਗੁਮਾਨ ਅਬ ਕਰਨਾ, ਤਨ ਤੋਂ ਤੇਰਾ ਖਾਕ ਮਿਲੇਗਾ 84 ਜਾ ਪੜਨਾ, ਕਹਿ ਦੀਨ ਗਰੀਬੀ ਚਿਤ ਮੇ ਧਰਨਾ, ਕਾਮ ਕ੍ਰੋਧ ਸੇ ਬਚਣਾ। ਗੁਰੂ ਦੇ ਪਾਸ ਆ ਕੇ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਅਸੀਂ ਛੱਡਣਾ ਹੈ ਹੌਲੀ ਹੌਲੀ। ਜੇ ਕੋਈ ਸੇਵਾ ਵੱਲੋਂ ਕੋਈ ਕਵੇ ਸਾਨੂੰ ਗੁੱਸਾ ਆ ਜਾਵੇ, ਜੇ ਸਾਨੂੰ ਕੋਈ ਥੋੜ੍ਹਾ ਜਿਹਾ ਕੋਈ ਰਸਤਾ ਵਿਖਾਲਣ ਦੀ ਕੋਸ਼ਿਸ਼ ਕਰੇ, ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ, ਜਿਸ ਤਰ੍ਹਾਂ ਉਹ ਸ਼ਬਦ ਦੀ ਗੱਲ ਆਈ ਨਾ ਕਿ ਇਲਮਾਂ ਤੇ ਅਕਲਾਂ ਵਾਲਿਓ, ਇਹ ਇੱਕ ਅਰਜ਼ ਹੈ ਨਾਦਾਨ ਦੀ, ਉਹ ਅਕਲ ਮੈਨੂੰ ਦੇ ਦਿਓ ਸਤਿਗੁਰੂ ਨੂੰ ਜੋ ਪਹਿਚਾਣਦੇ। ਜੇ ਕੋਈ ਸਾਨੂੰ ਨਹੀਂ ਪਤਾ, ਅਸੀਂ ਕਿਸੇ ਵੇਲੇ ਆਉਂਦੇ ਹਾਂ, ਜੋ ਨਹੀਂ ਪਤਾ, ਸਾਨੂੰ ਕੋਈ ਦੱਸਦਾ ਹੈ ਕਿ ਬਈ ਸਤਿਗੁਰਾਂ ਦਾ ਇਹ ਹੁਕਮ ਹੈ, ਗੁਰੂ ਮਹਾਰਾਜ ਆਹ ਜਿਹੜੀ ਚੀਜ਼ਾਂ ਨੇ, ਤਾਂ ਸਾਡਾ ਮਨ ਚਾਹੀਦਾ ਸੀ ਉਸ ਵੇਲੇ ਉਸ ਚੀਜ਼ 'ਤੇ ਢਲਣਾ। ਅਸੀਂ ਮੱਥਾ ਟੇਕਣ ਜਾਂਦੇ ਹਾਂ, ਮੈਨੂੰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ, ਬੜੇ ਲੋਕ ਨੇ ਕਈ ਜਾਂਦੇ ਨੇ, ਕੋਈ ਗੁਰਦੁਆਰੇ ਮੰਦਿਰ ਜਾਂਦੇ ਨੇ, ਅੱਛਾ ਗਏ ਉਹ ਮੱਥਾ ਟੇਕਣ ਹੁੰਦੇ ਨੇ, ਮੱਥਾ ਟੇਕਣ ਜਾਂਦੇ ਨੇ, ਹੁਣ ਮੱਥਾ ਕਿਹਨੂੰ ਟੇਕਣ ਗਏ ਨੇ? ਜਿਹਨੂੰ ਮੱਥਾ ਟੇਕਣ ਗਏ ਨੂੰ ਹੈ ਤਾਂ ਹਰ ਜਗ੍ਹਾ ਹੀ ਹੈ, ਲੇਕਿਨ ਚਲੋ ਇੱਕ ਉਸ ਯਾਦ ਨੂੰ ਹੋਰ ਤਾਜ਼ਾ ਕਰਨ ਵਾਸਤੇ ਜਾਂਦੇ ਨੇ। ਉੱਥੇ ਜਾ ਕੇ ਵੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ, ਕੋਈ ਸ਼੍ਰੀ ਹਰਿਮੰਦਰ ਸਾਹਿਬ ਜਾਂਦਾ ਹੈ, ਕੋਈ ਸ਼ਹੀਦਾਂ 'ਤੇ, ਕੋਈ ਮਾਤਾ 'ਤੇ, ਕੋਈ ਕਿਸੇ ਜਗ੍ਹਾ 'ਤੇ, ਜਿੱਥੇ ਮਰਜ਼ੀ ਕੋਈ ਜਾਵੇ, ਕਈ ਵਾਰ ਉੱਥੇ ਜਾ ਕੇ ਆਪਣੀ ਉਸ ਚੀਜ਼ ਨੂੰ ਵਧਾਉਣ ਦੀ ਖਾਤਰ ਹੋਰ ਘਟਾ ਕੇ ਲਿਆਉਂਦੇ ਨੇ। ਹੁਣ ਉਹ ਜਿਹੜੀ ਘਟਾਉਂਦੇ ਕਾਹਦੇ ਵਾਸਤੇ ਨੇ, ਉਹ ਜੀ ਉੱਥੇ ਤੇ ਨਾ ਫਲਾਣੀ ਚੀਜ਼ ਬੜੀ ਹੈ, ਸਖਤਾਈ ਬੜੀ, ਸੇਵਾਦਾਰ ਉੱਥੇ ਇੱਦਾਂ ਕਰਦੇ ਨੇ, ਸੇਵਾਦਾਰ ਉੱਦਾਂ ਕਰਦੇ ਨੇ। ਮੈਂ ਕਹਿੰਦਾ ਕਰਦੇ ਹੋਣ, ਜੋ ਮਰਜ਼ੀ ਕਰਦੇ, ਸਾਡਾ ਕੱਪੜਾ ਜ਼ਿਆਦਾ ਸਾਫ਼ ਹੋਏਗਾ। ਜੇ ਅਸੀਂ ਭੇਟ ਕਰਨ ਗਏ, ਅਸੀਂ ਭੇਟ ਕਰ ਦਈਏ। ਜੇ ਗੁਰੂ ਨੇ ਹੁਕਮ ਲਾ ਕੇ ਸੇਵਾਦਾਰਾਂ ਨੂੰ ਡਿਊਟੀ ਲਗਾਈਆਂ ਨੇ, ਜੇ ਕੋਈ ਕੁਛ ਹੋ ਵੀ ਰਿਹਾ ਹੈ, ਘਬਰਾਈਏ ਨਾ ਕਿਸੇ ਤਰ੍ਹਾਂ ਦੀ, ਲੇਕਿਨ ਆਪਣਾ ਮਨ ਜਿਹੜਾ ਆ ਉਹਦੇ ਵਿੱਚ ਨੂੰ ਭੇਟ ਕਰੀਏ, ਉਸ ਤਰੀਕੇ ਨਾਲ ਚੱਲੀਏ ਤਾਂ ਸਤਿਗੁਰਾਂ ਦੀ ਦਇਆ ਹੋਏਗੀ। ਅਤੇ ਉਹਨਾਂ ਨੇ ਜੋ ਫਰਮਾਇਆ ਕਿ ਬਈ ਉਹ ਨਿਗਾਹ ਮੈਨੂੰ ਦੇ ਦਿਓ ਜੋ ਨੁਕਸ ਆਪਣੇ ਜਾਣਦੀ, ਦੂਸਰੇ ਦੇ ਗੁਣ ਸਮਝ ਸਕਾਂ ਉਹ ਸਲੀਕਾ ਦੇ ਦਿਓ। ਆਪਣੇ ਜਿਹੜੀ ਆ ਆਪਣੀ ਨਿਗਾਹ ਦੇ ਵਿੱਚ ਤਾਂ ਆਪੇ ਸਾਰੇ ਸਿਆਣੇ ਹੈਗੇ ਹੀ ਆ, ਆਪਣੇ ਦੇ ਆਪ ਸਿਆਣੇ ਹੀ, ਉਹ ਨਿਗਾਹ ਵੀ ਮਿਲ ਜਾਏ ਜਿਹਦਾ ਦੂਜੇ ਦੀ ਉਹ ਚੀਜ਼ ਵੀ ਹੋ ਜਾਏ। ਕਿਉਂ ਅੱਜ ਕੱਲ੍ਹ ਘਰਾਂ ਦੇ ਵਿੱਚ ਲੜਾਈਆਂ ਝਗੜੇ ਹਰ ਜਗ੍ਹਾ, ਭਾਵੇਂ ਕਿਸੇ ਜਗ੍ਹਾ ਵੀ, ਕਿਉਂਕਿ ਚਾਹੇ ਕੋਈ ਬੱਚਾ ਹੈ, ਭਾਵੇਂ ਕੋਈ ਸੁਣਨਾ ਚਾਹੁੰਦਾ ਹੀ ਨਹੀਂ ਕਿਸੇ ਦੀ, ਉਹ ਕਹਿੰਦਾ ਨਹੀਂ ਜੋ ਮੈਨੂੰ ਪਤਾ ਹੈ ਉਹ ਮੈਨੂੰ ਹੀ ਪਤਾ ਹੈ। ਅਤੇ ਉਹ ਜਾਚ ਅਸੀਂ ਗੁਰੂ ਦੇ ਦੁਆਰ 'ਤੇ ਆ ਕੇ, ਗੁਰਦੁਆਰੇ ਆ ਕੇ ਉਹ ਚੀਜ਼ ਸਿੱਖਦੇ ਹਾਂ ਕਿ ਬਈ ਆਪਣਾ ਮਨ ਦੀ ਜਿਹੜੀ ਥੋੜ੍ਹੀ ਉਹਨੂੰ ਭੇਟ ਕਰੀਏ, ਨੀਵੇਂ ਹੋਈਏ, ਨੀਵੇਂ ਹੋ ਕੇ ਚੱਲਾਂਗੇ ਤੇ ਬਈ ਸਾਰੇ ਪਾਸੇ ਹੀ ਸਤਿਗੁਰਾਂ ਦੀ ਦਇਆ ਮਿਲੇਗੀ। ਹਾਂਜੀ। दीन गरीबी चित में तरना, काम क्रोध से बचना, प्रीत प्रतीत गुरु की करना, नाम रसायन कट में जरना, मन मलीन के कहे ना चलना, गुरु का बचन हिए बिच रखना। ਹੁਣ ਗੁਰੂ ਦੇ ਪਾਸ ਆ ਕੇ ਜਿਹੜੀ ਆਪਣਾ ਮੋਹ ਕਹਿ ਲਈਏ, ਲੋਭ ਕਹਿ ਲਈਏ, ਮਾਣ ਵਡਿਆਈ ਕਹਿ ਲਈਏ, ਘੱਟ ਕਰਨੀ ਸੀ। ਚਾਹਤ ਜਿਹੜੀ ਸੀ ਉਹ ਕਾਹਦੀ ਵਧਾਉਣੀ ਸੀ? ਗੁਰੂ ਦੀ, ਗੁਰੂ ਦੇ ਭਰੋਸੇ ਦੀ, ਵਿਸ਼ਵਾਸ ਦੀ। ਹੁਣ ਕਿਹਾ ਕਿ ਪ੍ਰੀਤ ਪ੍ਰਤੀਤ ਗੁਰੂ ਕੀ ਕਰਨਾ, ਪਿਆਰ ਵੀ ਗੁਰੂ ਨਾਲ ਕਰਨਾ ਤੇ ਭਰੋਸਾ ਵੀ ਗੁਰੂ 'ਤੇ ਹੀ ਕਰਨਾ। ਅਸੀਂ ਕਿਸੇ ਨੂੰ ਨਹੀਂ, ਆਪਣੇ ਅੰਦਰ ਝਾਤੀ ਮਾਰ ਕੇ ਦੇਖਣੀ ਹੈ ਕਿ ਵਾਕਈ ਹੀ ਇਹ ਗੱਲ ਹੈਗੀ ਹੈ ਕਿ ਸਾਡੇ ਅੰਦਰ ਪਿਆਰ ਜਿਹੜਾ ਆ ਗੁਰੂ ਵਾਸਤੇ ਹੀ ਹੈ। ਕਿਉਂਕਿ ਉਹਨਾਂ ਨੇ, स्वामी जी ने एक जगह फरमाया है कि जितना हेतु कुटुंब से उतना गुरु से होए, सीधा जाए सतलोक को पल्ला ना पकड़े कोई। प्रेम की गल की है
कि प्रेम असी कहने, प्रेम असी किसी चीज़ नाल करते हैं, पाउणा असी कोई चीज़ चाहुंदे आ, तो वो गल बनती नहीं हैगी। हुण बच्चे नूं प्रेम होवे खेडण दे नाल, खेडां दे नाल ही, तो कभी मैं पढ़ाई 'च नंबर पूरे लैणे आ, कदी पढ़ के कदी वेखे ना, कदी किताब खोल के देखे ना, तो वो किस तरह गल बनेगी? वो नियम के विरुद्ध है, वो बनती नहीं। प्यार होवे अपने जबान के स्वाद नाल, तो पूरी उस चीज़ नूं चाहे कि मैं पूरा फिट, वो नहीं गल बनती। किते ना किते मन नूं मारना पैंदा है जे असीं चाहुंदे आ। ते उन्होंने फरमाया कि प्रीत प्रतीत गुरु की करना। होर तां छड्डिया, जिस तरह पहलां दस्सिया कि गुरु के पास जाके सत्संग सुन के मत्थे टेक के सब कुछ करके भरोसा फिर नहीं बनता, भरोसा फिर गुरु ते नहीं कोई, फिर की गुरु की करेगा ਇਹਦਾ? मां अपने आप को धोखा देने वाली गल है। इस करके पहले ही उन्होंने उस चीज़ दस रहे हैं कि प्रीत प्रीत प्रतीत गुरु की करना, नाम रसायन घट में जाना। दवाई उन्होंने किहड़ी है, वो रसायन जिहड़ी है किहड़ी है? जिहड़ा कोई भी किसी तरह की भी कोई होवे उन्होंने ठीक करेगा, वो की है? जिस तरह बाणी च फरमाया कि सर्व दुखद की औखद नाम, ਉਹਦੇ ਨਾਲ प्यार नहीं पैंदा, क्यों? गुरु ते विश्वास नहीं है। डॉक्टर पुड़ी दवे, भावें कोई भी पुड़ी दे दवे, असीं कहने कि बई ये दवाई ना आराम आ जाएगा, ये डॉक्टर बड़ा सियाणा, बड़ा सुनिया। जो गुरु कहता है, गुरु कहता है कि बई नाम जप, आ छड्ड, लोभ लालच छड्ड, हंकार छड्ड, तैनूं हर चीज़ का तैनूं होएगा, सारे रोग जिहड़े कट्टे जाणगे। बंदा सोचदा नहीं इदां किदां हो सकदा है? वो पढ़ाई लिखाई आ जाती है, अंदर विच सामने आ जाती है। और इसे ही जिस तरह स्वामी ने कहा कि हे विद्या तू बड़ी है विद्या, तू संतन की कदर ना जानी। सब कुछ कर करा के भी असीं फेल हो जाने उत्थे आके, जदों असीं विश्वास भरोसा नहीं बनता। इस करके कहा कि प्रीत प्रतीत गुरु की करना, नाम रसायन घट में जाना। अगे हमारे मन मलीन के कहे ना चलना, गुरु का बचन हिए विच रखना। मन का काम की है? मन ने की करना? अपने असीं बाहर बैठे दी गल करदे सी ना कि मन घर भावें घरां दे विच कलेश होवे, जुत्तियों जुत्ती हुंदे होईए, ठीक है ना, पर घर छड्डण नूं फिर भी दिल नहीं करता, फिर भी नहीं बंदा कहता नहीं नहीं ठीक ही है जिद्दां भी। हुण क्या कि मन क मलीन के कहे ना चलना, गुरु के बचन हो। गुरु पिछे भी सत्संग के बचन आए सी, जगत भाव पाए लज्जा छोड़ो, सुन प्यारे तू कर भगती। सारे एक एक वचन उन्होंने कहा कि हर एक का डर छोड़, हर एक का उन करके तू भगती करने वास्ते तेन जन्म मिले, वो कर। वो ये नहीं है कि बई काम कर सारे छड्ड देने, दुनिया के विच ही रहना है, परिवारों के विच ही रहना, बाल बच्चों की पालना पोसना करनी है, पढ़ाइयाँ लिखाइयाँ भी करनियां ने, कारोबार भी करने ने, पर बई वो जिहड़ा ध्यान सी, जिहड़ा चित्त सी, उधर रखना सी। उन्होंने कहा कि गुरु के बचन हिए विच रखना, गुरु के बचन जिहड़े आ वो हिरदे च रखने आ। जिथे मर्जी जाइए, जिथे मर्जी रहिए, कोई गल नहीं हैगी। काम खराब कदों होएगा? जो गुरु के बचन असीं भुलांगे। तो गुरु के बचन कौन भुलाउंदा? ये मन। मन कहता कुछ नहीं हुंदा, कुछ नहीं हुंदा। वो भी तो चल रहा ना, वो भी तो कर रहा ना, वो भी तो इदां ही आ, वो भी उदां ही आ। फिर मन चलता है दुनिया के वल वेखीए, जो दुनिया के कहे ते आ ते दोष गुरु नूं दिंदा है। हाँ, जो गुरु के कहने च आ गया, गुरु के कहने ते चल के वेखे, जे इनू कोई किसी तरह की भी कोई होवे हैरानी परेशानी, फिर ये गल करे। हो ही नहीं सकता कभी भी, क्योंकि गुरु पावर दिंदा, शक्ति दिंदा वो जी। पर इन्नी भगती, इन्ना त्याग साडे कोल हुंदा ही नहीं है। काम असीं अपने मन मलीन दे ले, जो कहंदा काम असीं उही करदे रहिंदे आ, ते ओह बई जिहड़ी आ दोष जिहड़े गुरु नूं लगाउंदे रहिंदे आ। उन्होंने फरमाया मन मलीन के कहे ना चलना, गुरु के बचन हिए विच रखना। कि भावें सेवा करते होइए, भावें घरां दे विच आपां होइए, भावें रस्ते च आउंदे जांदे होइए, हर वेले हत्थ कार वल चित्त जार वल, ध्यान जिहड़ा है गुरु वल लगा रहे कि आपां गुरु दे बच्चे हाँ। कोई ऐसा काम नहीं कोई करना जिहदे नाल बई किस तरह असीं दोषी होइए, फिर किस तरीके दे नाल बई इहनूं कोई चीज़ नुकसान पहुँचाएगी। हाँ जी। मन मलीन के कहे ना चलना, गुरु का बचन हिए विच रखना। ये मति मंद गहे नहीं सरना,
लोभ बढ़ाए उधर को परना। तुम मानो मत इसका कहना, इसके संग जगत विच गिरना। ਗੱਲ ਕਿਹਦੀ ਕਰ ਰਹੇ? ਮਨ ਦੀ ਸਾਰੀ। ਇਹ ਨਹੀਂ ਕਹਿ ਰਹੇ ਕਿ ਕਿਸੇ ਦਾ ਕਹਿਣਾ ਨਹੀਂ ਮੰਨਣਾ, ਕਿਸੇ ਦੇ ਕਹੇ ਤੇ ਫਿਰ ਵੀ ਥੋੜਾ, ਪਰ ਜਦੋਂ ਆਪਣਾ ਮਨ ਅਸੀਂ ਖੁੱਲ੍ਹਾ ਛੱਡ ਦਿੰਦੇ ਹਾਂ, ਮਨ ਜਿਹੜਾ ਜਦੋਂ ਗੁਰੂ ਦੇ ਹਵਾਲੇ ਕਰ ਦਿੱਤਾ ਤੇ ਮਨ ਤੇ ਫਿਰ ਉਹੀ ਕੰਮ ਕਰੇਗਾ ਜੋ ਗੁਰੂ ਕਹਿੰਦਾ ਹੈ। ਤਨ ਜਿੱਥੇ ਮਰਜ਼ੀ ਤੁਰਿਆ ਫਿਰੇ, ਜਿੱਥੇ ਮਰਜ਼ੀ ਰਵੇ। ਮੈਂ ਕਈ ਐਸੇ ਬੰਦੇ ਦੇਖੇ ਨੇ, ਉਹ ਰਹਿੰਦੇ ਠੇਕਿਆਂ 'ਤੇ ਨੇ, ਡਿਊਟੀ ਠੇਕਿਆਂ 'ਤੇ ਕਰਦੇ ਨੇ, ਪਰ ਉਹ ਨਹੀਂ ਪੀਂਦੇ। ਕਈ ਐਸੇ ਨੇ ਠੇਕਿਆਂ ਦੇ ਲਾਗੇ, ਉਹ ਕਿਤੇ ਉਹਨਾਂ ਦਾ ਹੈ ਵੀ ਨਹੀਂ, 20 ਕਿਲੋਮੀਟਰ 25 ਕਿਲੋਮੀਟਰ ਦੂਰ ਰਹਿੰਦੇ ਨੇ, ਉਹ ਵੀ ਉਹ 'ਚ ਰਹਿੰਦੇ ਨੇ। ਗੱਲ ਤੇ ਉਹ ਜਿਹੜੀ ਚੀਜ਼ ਹੈ ਕਿ ਮਨ ਕਿੱਥੇ ਹੈ। तो उन्होंने फरमाया कि भाई ये मतिमंद गए नहीं सरना, लोभ बढ़ाए उधर को परना। तुम मानो मत इसका कहना, इसके संग जगत बिच गिरना। मन जिहड़ा आ मन बेचे सतगुर के पास, ते सेवक के कारज रास। सतगुर होर साडे कोल कुछ नहीं मंगदा, वो सिर्फ मन ही मंगदा है कि मन जिहड़ा पहलां दा, फिर बाकी चीज़ां बाद दे विच ने। ते उन्होंने फरमाया कि मन मलीन के कहे न चलना, मन के मते चलो मत कोई, सतगुरु कहें करो तुम सोई। ये भौ में गोते दिलवावे, मित्र ना जानो वैरी पूरा, गुर भगती से डारे दूरा। ਇਹਦਾ ਹੋਰ ਕੋਈ ਕੰਮ ਨਹੀਂ ਹੈਗਾ। ਜਿਸ ਤਰ੍ਹਾਂ ਹੁਣੇ ਗੱਲ ਦੱਸਦੇ ਪਏ ਸੀ ਕਿ ਜੋ ਮਰਜ਼ੀ ਆ, ਕੋਈ ਕੰਮ ਹੋ ਜਾਵੇ, ਅੱਛਾ ਗੁਰੂ ਦਾ ਭਾਵੇਂ ਕੋਈ ਇੱਕ ਵਚਨ ਨਾ ਮੰਨਿਆ ਹੋਵੇ, ਗੁਰੂ ਦੇ ਰਸਤੇ ਤੇ ਅਸੀਂ ਚੱਲੇ ਨਾ ਹੋਈਏ, ਲੋਕਾਂ ਦਾ ਕਹਿਣਾ ਮੰਨ ਕੇ ਸਾਰੇ ਕੰਮ ਕੀਤੇ ਹੋਣ, ਜੋ ਮਰਜ਼ੀ ਕੀਤਾ ਹੋਵੇ, ਪਰ ਕਿਸੇ ਪਾਸੇ ਵੀ ਇਹਨੂੰ ਕੋਈ ਦੁਬਿਧਾ ਪੈਂਦੀ ਏ ਤੇ ਪਹਿਲਾਂ ਕੀ ਛੱਡਦਾ ਏ। ਕਦੀ ਅੱਜ ਤੱਕ ਘਰਾਂ 'ਚ ਲੜਦਾ, ਕਦੀ ਇਹਨੇ ਕਿਹਾ ਮੈਂ ਆਪਣੇ ਧੀਆਂ ਛੱਡੀਆਂ, ਉਹਨੇ ਮੈਨੂੰ ਆਹ ਕਿਹਾ ਉਹ ਕਿਹਾ, ਮੈਂ ਆਪਣੇ ਪੁੱਤਰ ਛੱਡੇ, ਮੈਂ ਆਪਣੇ ਭੈਣ ਭਰਾ ਛੱਡੇ, ਮੈਂ ਆਪਣੇ ਰਿਸ਼ਤੇਦਾਰ ਛੱਡੇ। ਕੋਈ ਨਹੀਂ ਛੱਡਦਾ ਹੈਗਾ, ਭਾਵੇਂ ਜੁੱਤੀਆਂ ਵੀ ਮਾਰਨ। ਛੱਡਦਾ ਕਿਹਨੂੰ ਆ? ਗੁਰੂ ਨੂੰ ਹੀ। ਮੈਂ ਬੜੇ ਲੋਕੀ ਵੇਖਦਾ ਹੈ, ਉਹ ਕਹਿੰਦੇ ਪਹਿਲਾਂ ਅਸੀਂ ਗੁਰਦੁਆਰੇ ਜਾਂਦੇ ਹੁੰਦੇ ਹਾਂ, ਫਿਰ ਅਸੀਂ ਛੱਡ ਦਿੱਤਾ। ਪਹਿਲਾਂ ਅਸੀਂ ਡੇਰੇ ਜਾਂਦੇ ਹੁੰਦੇ ਹਾਂ, ਫਿਰ ਅਸੀਂ ਡੇਰਾ ਛੱਡ ਦਿੱਤਾ। ਪਹਿਲਾਂ ਅਸੀਂ ਫਲਾਣੀ ਥਾਂ ਜਾਂਦੇ ਸੀ, ਫਿਰ ਅਸੀਂ ਛੱਡ ਦਿੱਤਾ। ਕਿਉਂ ਛੱਡ ਦਿੱਤਾ? ਕੋਈ ਕਹਿੰਦਾ ਮੇਰਾ ਕਾਰੋਬਾਰ ਨਹੀਂ ਚੱਲਿਆ, ਜਾਂਦਾ ਹੁੰਦਾ ਹਾਂ ਇਸ ਕਰਕੇ ਛੱਡਤਾ। ਕੋਈ ਕਹਿੰਦਾ ਬੱਚੇ ਪੜ੍ਹਦੇ, ਪੜ੍ਹਾਈ ਇੰਨਾ ਕੀਤਾ, ਬੱਚੇ ਨਹੀਂ ਸੈੱਟ ਹੋਏ। ਕੋਈ ਕਹਿੰਦਾ ਮੇਰਾ ਸਰੀਰ ਠੀਕ ਨਹੀਂ ਹੋਇਆ, ਮੈਂ ਤਾਂ ਛੱਡ ਦਿੱਤਾ। ਇਹਨੇ ਮਨ ਨੇ ਕੰਮ ਕੀ ਕਰਾਉਣਾ? ਇਹਨੇ ਇਹੋ ਹੀ ਕੰਮ ਕਹਿਣਾ ਗੁਰ ਭਗਤੀ ਸੇ ਡਾਰੇ ਦੂਰਾ। ਇਹਨੇ ਹੋਰ ਨਹੀਂ ਕੋਈ ਕੰਮ ਕਰਨਾ, ਇਹਨੇ ਹੋਰ ਕੁਛ ਨਹੀਂ ਛਡਾਉਣਾ ਹੈਗਾ, ਕੁਛ ਨਹੀਂ ਛਡਾਉਣਾ। ਇਹਨੇ ਛਡਾਉਣਾ ਇਹਨੇ ਇੱਕੋ ਹੀ ਆ ਕਿ ਗੁਰੂ ਵਾਲੇ ਪਾਸੋਂ, ਗੁਰ ਭਗਤੀ ਵਾਲੇ ਪਾਸੋਂ, ਕਿਉਂਕਿ ਇਹਨੇ ਇਹਨੂੰ 84 ਦੇ ਚੱਕਰ 'ਚ ਪਾਉਣਾ ਹੈ। ਉਹ 'ਚੋਂ ਕੱਢਣ ਵਾਲੀ ਇੱਕੋ ਹੀ ਚੀਜ਼ ਹੈ, ਹੋਰ ਕੋਈ ਚੀਜ਼ ਹੈ ਨਹੀਂ। ਇਸ ਕਰਕੇ ਹਮੇਸ਼ਾ ਨਾਰਾਜ਼ਗੀ, ਤੁਸੀਂ ਕਦੇ ਵੀ ਦੇਖੋ, ਨਾਰਾਜ਼ਗੀ ਸਿਰਫ ਉਧਰ ਹੀ ਬਣਦੀ ਹੈ। ਆਪ ਭਾਵੇਂ ਇੱਕ ਵੀ ਭਾਵੇਂ ਵਚਨ ਨਾ ਮੰਨਿਆ ਹੋਵੇ ਕੋਈ ਗੁਰੂ ਦਾ, ਪਰ ਨਾਰਾਜ਼ਗੀ ਹਮੇਸ਼ਾ ਉੱਥੇ ਹੀ ਰਹਿੰਦੀ, ਕਿਉਂ ਕਾਲ ਦਾ ਕੰਮ ਹੀ ਇਹੋ ਹੈ, ਉਹਨੇ ਕੰਮ ਹੀ ਇਹੋ ਕਰਾਉਣਾ ਉਹਨੇ, ਤੇ ਇਸੇ ਚੀਜ਼ ਤੋਂ ਬਚਣਾ। ਉਹਨੇ ਕਿਹਾ ਪ੍ਰੀਤ ਪ੍ਰਤੀਤ ਗੁਰੂ ਕੀ ਕਰਨਾ। ਜਦੋਂ ਅਸੀਂ ਗੁਰੂ ਦੇ ਉਸ ਚੀਜ਼ ਦੇ ਉੱਤੇ ਆ ਗਏ, ਬਚਨਾਂ ਦੇ ਉੱਤੇ, ਫਿਰ ਇਹ ਕੋਈ ਨੁਕਸਾਨ ਨਹੀਂ ਸਾਨੂੰ ਪਹੁੰਚ ਸਕਦਾ। ਬੜੇ ਬੜੇ ਡਰਾਵੇ ਹੋਣਗੇ, ਬੜਾ ਕੁਛ ਹੋਏਗਾ, ਪਰ ਬਈ ਸਤਿਗੁਰ ਹੱਥ ਦੇ ਕੇ ਇਹਨੂੰ ਹਰ ਚੀਜ਼ ਚੋਂ ਬਾਹਰ ਕੱਢ ਲੈਣਗੇ। ਹਜੇ ਹੋਣਾ ਕਿ ਤੁਮ ਮਾਨੋ ਮਤ ਇਸਕਾ ਕਹਿਣਾ, ਇਹਦਾ ਜਿਹੜਾ ਕਹਿਣਾ ਮੰਨਣਾ ਛੱਡ ਕੇ ਗੁਰੂ ਦਾ ਕਹਿਣਾ ਮੰਨੀਏ, ਗੁਰੂ ਦੇ ਬਚਨ ਜਿਹੜੇ ਆ ਉਹਨੂੰ ਕਰੀਏ। ਤੇ ਲੋਭ ਬੜਾਏ ਉਧਰ ਕੋ ਭਰਨਾ। ਜੇ ਬਈ ਉੱਥੇ ਸੇਵਾ ਦੇ ਵਿੱਚ ਵੀ, ਜਾਂ ਅਸੀਂ ਸੇਵਾਦਾਰ ਕਹਿ ਕੇ ਭਾਵੇਂ ਘਰਾਂ 'ਚ ਕਿਤੇ ਵੀ, ਜੇ ਅਸੀਂ ਗੁਰੂ ਦੇ ਬਚਨ ਜਿਹੜੇ ਆ ਨਹੀਂ ਕਰਕੇ ਆਪਣੀ ਜਿਸ ਤਰ੍ਹਾਂ ਦੀ ਬੁੱਧੀ ਹੈਗੀ ਉਹਦੇ ਨਾਲ ਹੀ ਚੱਲੀ ਜਾਂਦੇ ਹਾਂ, ਆਪਣੇ ਆਪ ਨੂੰ ਜੀਵਨ ਨੂੰ ਸਿਰਫ ਲੋਭ ਲਾਲਚ 'ਚ ਪੈ ਕੇ ਆਪਣਾ ਸਿਰਫ ਪੇਟ ਭਰਨ ਦੇ ਹੀ ਸੋਚਦੇ ਰਹਿੰਦੇ ਹਾਂ ਕਿ ਜਿੱਧਰੋਂ ਬਈ ਉਹੀ ਹੋ ਜਾਵੇ। ਤੇ ਉਹ ਕਹਿੰਦੇ ਕਿ ਇਹ ਤਾਂ ਜਾਨਵਰਾਂ ਦਾ ਕੰਮ ਹੈ, ਉਹ ਵੀ ਪੇਟ ਭਾਰੀ ਲੈਂਦੇ ਨੇ ਕਿਤੇ ਨਾ ਕਿਤੋਂ ਦੇ। ਇਹ ਇਨਸਾਨ ਵਾਲਾ ਕੰਮ ਨਹੀਂ। ਇਨਸਾਨ ਆਪਣੇ ਜਿਹੜਾ ਇਹਨੂੰ ਜਨਮ ਮਿਲਿਆ ਆ, ਉਹਨੇ ਕਿਹਾ ਭਾਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤਨੇ ਹੀ ਕੰਮ, ਮੇਰੇ ਸਾਧ ਸੰਗਤ ਭਜ ਕੇਵਲ। ਕਿ ਇਸ ਬਾਹਰਲੀਆਂ ਚੀਜ਼ਾਂ ਦਾ ਕਹਿੰਦਾ ਕੋਈ ਫਾਇਦਾ ਨਹੀਂ ਇਹਨਾਂ ਦਾ, ਇਹ ਕੰਮ ਤੇ ਸਾਰੇ ਸੰਸਾਰ ਹੀ ਬਾਕੀ ਹੋ ਰਿਹਾ ਹੈ। ਜਿਹੜਾ ਹੁਣ ਜਿਹੜੀ ਸਾਡੀ ਡਿਊਟੀ ਲੱਗੀ ਸੀ, ਹੁਣ ਜਿਹੜਾ ਮੌਕਾ ਜਨਮ ਮਿਲਿਆ ਸੀ, ਇਹ ਕਿਹਾ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਸਭ ਤੋਂ ਪਹਿਲਾਂ ਉਹ ਕੰਮ, ਫਿਰ ਬਾਕੀ ਕੰਮ ਸਾਰੇ। ਹਾਂਜੀ।
तुम मानो मत इसका कहना, इसके संग जगत विच गिरना। इस मूरख को समझ पकड़ना, गुरु के चरण कभी ना बिसरना। गुरु का रूप नैन में तरना, सुरत शब्द से नभ पर चढ़ना। राधा स्वामी नाम सिमरना, जो वे कहें चित में तरना। राधा स्वामी, राधा स्वामी। है कि इस मूर्ख को समझ पकड़ना, गुरु के चरण कभी ना बिसरना। जिस तरह पहला दसिया है कि ਇਹਦਾ ਹੋਰ ਕੋਈ ਕੰਮ ਨਹੀਂ ਹੈ, ਇਹਨੇ ਗੁਰੂ ਦੇ ਚਰਨਾਂ ਤੋਂ ਦੂਰ ਕਰਨਾ ਹੈ, ਕਿਸੇ ਤਰ੍ਹਾਂ ਵੀ ਕਰੇ। ਲਾਲਚ ਦੇ ਕੇ ਕਰ ਦਵੇ, ਗਰੀਬੀ ਦੇ ਕੇ ਕਰ ਦਵੇ, ਧਨਵਾਨ ਬਣਾ ਕੇ ਕਰ ਦਵੇ, ਕਿਸੇ ਤਰੀਕੇ ਦੇ ਨਾਲ ਵੀ ਇਹਨੇ ਗੁਰੂ ਦੇ ਚਰਨਾਂ ਤੋਂ ਦੂਰ ਕਰਨਾ ਹੈ। ਬਹੁਤੀ ਗਰੀਬੀ ਆ ਜਾਏ ਤਾਂ ਵੀ ਛੱਡ ਜਾਂਦਾ ਹੈ ਕਿ ਬਈ ਗੁਰੂ ਨੇ ਦਿੱਤਾ, ਕਿ ਬਹੁਤਾ ਪੈਸਾ ਆ ਗਿਆ, ਬਹੁਤਾ ਧਨਵਾਨ ਬਣ ਗਏ, ਫਿਰ ਵੈਸੇ ਹੀ ਮਨ ਜਿਹੜਾ ਕਿਤੇ ਦਾ ਕਿਤੇ ਪਹੁੰਚ ਜਾਂਦਾ ਬੰਦਾ, ਫਿਰ ਟਾਈਮ ਹੀ ਨਹੀਂ ਲੱਗਦਾ ਉਸ ਚੀਜ਼ ਵਾਸਤੇ। ਇਹਨੇ ਕੰਮ ਇੱਕੋ ਹੀ ਹੈ ਇਹਦਾ। ਕਹਿੰਦੇ ਕਿ ਇਹਨੂੰ ਜਿਹੜਾ ਕਿਹਾ ਕਿ ਇਸ ਮੂਰਖ ਕੋ ਸਮਝ ਪਕੜਨਾ, ਉਹ ਸਮਝ ਕਿਹੜੀ ਹੈ? ਉਹ ਗੁਰੂ ਕੋਲੋਂ ਮਿਲਣੀ ਹੈ। ਜਿਸ ਤਰ੍ਹਾਂ ਚਾਹਿਆ ਨਾ ਕਿ ਉਹ ਅਕਲ ਮੈਨੂੰ ਦੇ ਦਿਓ ਸਤਿਗੁਰੂ ਨੂੰ ਜੋ ਪਹਿਚਾਣਦੀ। ਇੱਕੋ ਹੀ ਸਮਝ ਸਾਡੇ ਵਾਸਤੇ ਬੜੀ ਹੈ। ਸਿਰਫ ਇੱਕ ਸਤਿਗੁਰਾਂ ਦੇ ਜਿਹੜਾ ਨਜ਼ਦੀਕ ਲੈ ਆਵੇ, ਸਤਿਗੁਰਾਂ ਨਾਲ ਪਿਆਰ ਬਣ ਜਾਵੇ, ਭਰੋਸਾ ਬਣ ਜਾਵੇ। ਪਿੱਛੇ ਅਸੀਂ ਇਤਿਹਾਸ ਕਰਕੇ ਖੋਲ ਕੇ ਦੇਖ ਲਈਏ, ਕਿਸੇ ਟਾਈਮ ਦੇ ਉੱਤੇ ਵੀ, ਚਾਹੇ ਗੁਰੂ ਨਾਨਕ ਸਾਹਿਬ ਜੀ ਦਾ 10 ਪਾਤਸ਼ਾਹੀਆਂ ਦਾ ਟਾਈਮ ਲੈ ਲਈਏ, ਚਾਹੇ ਉਹ ਕੋਈ ਹੋਰ ਕਿਸੇ ਅਵਤਾਰ ਜਿਹੜੇ ਸੀ ਉਹ ਹੋਏ ਉਹਨਾਂ ਦਾ ਟਾਈਮ ਦੇਖ ਲਈਏ, ਕਿ ਉਦੋਂ ਸਮਝ ਕਿਸੇ ਨੂੰ ਨਹੀਂ। ਹੁਣ ਅੱਜ ਥਾਂ ਥਾਂ 'ਤੇ ਗੁਰਦੁਆਰੇ, ਥਾਂ ਥਾਂ 'ਤੇ ਮੰਦਰ, ਥਾਂ ਥਾਂ 'ਤੇ ਮੂਰਤੀਆਂ, ਹਰ ਜਗ੍ਹਾ 'ਤੇ ਐਂ ਬਿਲਕੁਲ ਲੰਗਰ ਲੱਗਦੇ ਆ, ਮੱਥੇ ਟੇਕਦੇ ਆ, ਸਭ ਕੁਛ ਕਰਦੇ ਆ। ਪਰ ਉਹ ਦੇਖੀਏ ਕਿ ਜਦੋਂ ਉਹ ਇੱਥੇ ਅਵਤਾਰ ਲੈ ਕੇ ਆਉਂਦੇ ਨੇ, ਜਦੋਂ ਸੰਸਾਰ 'ਤੇ, ਉਦੋਂ ਉਹਨਾਂ ਨੂੰ ਕਿੰਨੇ ਪਹਿਚਾਣਿਆ, ਕਿੰਨੀ ਕੁ ਉਦੋਂ ਦੁਨੀਆ ਸੀ, ਕਿੰਨੇ ਕੁ ਉਦੋਂ ਗੁਰਦੁਆਰੇ ਮੰਦਰ ਸੀ, ਕਿੰਨੇ ਕੁ ਤੀਰਥ ਸਥਾਨ ਸੀ ਉਹਨਾਂ ਦੇ, ਜਾਂ ਕਿੰਨੀ ਕੁ ਕਦਰ ਉਹਨਾਂ ਦੀ ਹੋਈ ਉਸ ਵੇਲੇ। ਕਿਸੇ ਨੇ ਭੂਤਨਾ ਕਰਾਈ ਆ ਕਿਹਾ, ਕਿਸੇ ਨੇ ਧੱਕੇ ਮਾਰ ਕੇ ਪਿੰਡ 'ਚੋਂ ਕੱਢ ਦਿੱਤਾ, ਕਿਸੇ ਨੇ ਦੇਗਾਂ 'ਚੋਂ ਬਾਲ ਦਿੱਤਾ, ਕਿਸੇ ਨੇ ਸ਼ੀਸ਼ ਲੈ ਲਿਆ। ਹਰ ਪਾਸੇ ਉਹੀ ਚੀਜ਼ਾਂ ਚੱਲਦੀਆਂ ਰਹੀਆਂ। ਇਸ ਕਰਕੇ ਉਹ ਜਿਹੜਾ ਕੰਮ ਹੈ, ਉਹ ਜਿਹੜੀ ਸਮਝ ਆ ਜਾਵੇ ਕਿ ਜਿਹੜੇ ਗੁਰੂ ਦੇ, ਉਹਨਾਂ ਕਿਹਾ ਗੁਰੂ ਕੇ ਚਰਨ ਕभी ਨਾ ਬਿਸਰਨਾ, ਜੋ ਮਰਜ਼ੀ ਹੋਵੇ, ਜੋ ਕਹਿੰਦੀ ਹੈ ਦੁਨੀਆ ਕਹਿੰਦੀ ਰਹੇ। ਜਿਹੜੀ ਸਤਿਗੁਰਾਂ ਦੀ ਦਇਆ ਉਹਨੇ ਕਿਹਾ ਕਿ ਪੈਂਦੀ ਰਹੇ, ਪਰ ਸਤਿਗੁਰਾਂ ਦੀ ਦਇਆ ਜਿਹੜੀ ਇਹਦਾ ਹੱਥ ਹਮੇਸ਼ਾ ਰਹੇ। ਦੁਨੀਆ ਨੇ ਤਾਂ ਕਦੀ ਉਸ ਚੀਜ਼ ਦਾ ਆਉਣਾ ਹੀ ਨਹੀਂ ਕਿਸੇ ਗੱਲ ਤੇ। ਇਸੇ ਕਰਕੇ ਜਦੋਂ ਉਹ ਪਤਾ ਚੱਲ ਗਿਆ, ਜਦੋਂ ਇਸ ਚੀਜ਼ ਦੀ ਸਮਝ ਆ ਗਈ, ਫਿਰ ਉਹਨੇ ਕਿਹਾ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ, ਫਿਰ ਕਿਸੇ ਚੀਜ਼ ਦੀ ਪਰਵਾਹ ਨਹੀਂ। ਗੁਰੂ ਦੇ ਚਰਨਾਂ ਨਾ ਵਿਸਰਨ ਮੈਨੂੰ, ਗੁਰੂ ਤੋਂ ਦੂਰੀ ਨਾ ਹੋਵੇ। ਦੁਨੀਆ ਦੀ ਕਿਹੜੀ ਗੱਲ ਹੈ, ਦੁਨੀਆ ਤਾਂ ਕਦੀ ਮੰਨਦੀ ਨਹੀਂ। ਕਦੀ ਸਾਰੀ ਉਮਰ ਲਾ ਕੇ ਮਾਂ ਪਿਓ ਬੱਚਿਆਂ ਨੂੰ ਪਾਲਦੇ ਪੋਸਦੇ ਨੇ, ਸਾਰੀ ਉਮਰ ਲਾ ਕੇ ਉਹ ਸੈੱਟ ਕਰਦੇ ਨੇ, ਬੜਾ ਕੁਛ ਹੁੰਦਾ ਹੈ, ਟੀਚਰ ਪੜ੍ਹਾਉਂਦਾ ਹੈ, ਬੜਾ ਬੜਾ ਆਪਣਾ ਜ਼ੋਰ ਲਗਾਉਂਦਾ ਹੈ, ਹਰ ਕੁਛ ਹੁੰਦਾ ਹੈ, ਪਰ ਅਸੀਂ ਦੇਖੀਏ ਕਿ ਕੀ ਉਹਦਾ ਉਹ ਚੀਜ਼ ਮਿਲਦੀ ਹੈ। ਤੈਨੂੰ ਫਰਮਾਇਆ ਕਿ ਬਈ ਰਾਧਾ स्वामी ਨਾਮ ਸਿਮਰਨਾ, ਜੋ ਉਹ ਕਹੇ ਚਿੱਤ ਮੇਂ ਧਰਨਾ। ਸਤਿਗੁਰ ਉਹਨੇ ਕਿਹਾ ਰਾਧਾ स्वामी ਤੇਰੇ ਗੁਰ ਕਾ ਨਾਮ, ਚਾਹੇ ਉਹਨੂੰ ਰਾਮ ਸ਼ਾਮ ਵਾਹਿਗੁਰੂ ਰਾਧਾ स्वामी ਰਾਮ ਜੋ ਮਰਜ਼ੀ ਕਹੀਏ, ਸਤਿਗੁਰਾਂ ਦਾ ਹੀ ਉਸ ਚੀਜ਼ ਦੇ ਨਾਮ ਨੂੰ ਕਿਹਾ ਕਿ ਉਹ ਜਿਹੜਾ ਨਾਮ ਸਿਮਰਨਾ, ਜੋ ਉਹ ਕਹੇ ਚਿੱਤ ਮੇਂ ਧਰਨਾ। ਬਾਣੀਆਂ ਪੜ੍ਹੀ ਜਾਂਦੇ ਆ, ਪਾਠ ਕਰੀ ਜਾਂਦੇ ਆ, ਪਰ ਪਤਾ ਨਹੀਂ ਲੱਗਦਾ ਉਹਨਾਂ ਦੇ ਜੋ ਬਚਨ ਨੇ ਉਹ ਚਿੱਤ ਹੀ ਰੱਖਦੇ ਨੇ। ਕੋਈ ਵੀ ਜਦੋਂ ਬੁਰੇ ਕੰਮ ਕਰਦੇ ਆ ਉਹਨੂੰ ਭੁੱਲ ਕੇ ਹੀ ਕਰਦੇ ਆ। ਸਵੇਰੇ ਸ਼ਾਮ ਜਿਸ ਤਰ੍ਹਾਂ ਕੋਈ ਬਾਣੀ ਦਾ ਪਾਠ ਕਰਦਾ ਹੈ, ਅਸੀਂ ਬੇਨਤੀ ਪੜ੍ਹਦੇ ਹਾਂ, ਉਹ ਪੜ੍ਹੀ ਜਾਂਦੇ ਆ, ਪਰ ਕੰਮ ਉਹੀ ਕਰੀ ਜਾਂਦੇ ਸਾਰੇ। ਕੀ ਫਾਇਦਾ ਕੀ ਹੋਇਆ ਉਸ ਚੀਜ਼ ਦਾ? ਕਈ ਵੀ ਜਾਂਦੇ ਆ, ਜਿਸ ਤਰ੍ਹਾਂ ਉਹਨੇ ਕਿਹਾ ਨਾ ਕਿ ਦਾਣਾ ਨਹੀਂ ਖਾਣਾ ਜਾਲ ਮੇਂ ਨਹੀਂ ਆਣਾ।
ਕਬੂਤਰ ਫਸ ਗਏ। ਉਹਨਾਂ ਦੇ ਮਾਤਾ ਪਿਤਾ ਨੇ ਕਿਹਾ ਕਿ ਬਈ ਬੱਚੇ ਛੋਟੇ ਹੀ ਕਹਿੰਦੇ ਕਿ ਜਦੋਂ ਬਈ ਜਾਵੇਂ ਜੰਗਲ ਕਿਸੇ ਪਾਸੇ ਸ਼ਹਿਰ ਵਾਲੇ ਸ਼ਿਕਾਰੀ ਨੇ ਉੱਥੇ ਜਾਲ ਪਾਇਆ ਹੁੰਦਾ ਹੈ ਅਤੇ ਦਾਣਾ ਸੁੱਟਿਆ ਹੁੰਦਾ, ਜਿੱਥੇ ਜ਼ਿਆਦਾ ਦਾਣਾ ਹੋਵੇ ਉੱਥੇ ਨਹੀਂ ਬਹਿਣਾ। ਅਤੇ ਉਹਨਾਂ ਨੂੰ ਸਿਖਾ ਦਿੱਤਾ ਗਿਆ ਕਿ ਦਾਣਾ ਨਹੀਂ ਖਾਣਾ, ਜਾਲ ਮੇ ਨਹੀਂ ਆਉਣਾ। ਹੁਣ ਬੱਚਿਆਂ ਨੇ ਘੋਟਾ ਲਾ ਲਿਆ ਉਸ ਚੀਜ਼ ਨੂੰ, ਦਾਣਾ ਨਹੀਂ ਖਾਣਾ, ਜਾਲ ਮੇ ਨਹੀਂ ਆਉਣਾ। ਥੋੜ੍ਹੇ ਵੱਡੇ ਹੋਏ, ਉੱਡ ਕੇ ਜਾਂਦੇ ਪਏ ਸੀ, ਥੱਲੇ ਦਾਣਾ ਵੇਖਿਆ ਕਿਤੇ ਇਕੱਠਾ ਪਿਆ, ਗਾਉਂਦੇ ਜਾਂਦੇ ਨੇ ਦਾਣਾ ਨਹੀਂ ਖਾਣਾ, ਜਾਲ ਮੇ ਨਹੀਂ ਆਉਣਾ। ਜਾ ਕੇ ਜਾਲ 'ਤੇ ਬੈਠ ਵੀ ਗਏ, ਦਾਣਾ ਖਾ ਵੀ ਲਿਆ, ਫਸ ਵੀ ਗਏ, ਅਤੇ ਫਿਰ ਬੋਲੀ ਜਾਂਦੇ ਨੇ ਦਾਣਾ ਨਹੀਂ ਖਾਣਾ, ਜਾਲ ਮੇ ਨਹੀਂ ਆਉਣਾ। ਅਸੀਂ ਵੀ ਉਹੀ ਕੰਮ ਕਰਦੇ ਹਾਂ। ਮੰਗਲਾ ਚੰਦ ਬੇਨਤੀ ਪੜ੍ਹੀ ਜਾਂਦੇ ਹਾਂ, ਕਹੀ ਜਾਂਦੇ ਹਾਂ, ਔਗਣ ਹਾਰਾ ਗੁਣ ਨਹੀਂ ਮਨ ਕਾ ਬੜਾ ਕਠੋਰ, ਐਸੇ ਸਮਰਥ ਸਾਈਆਂ ਤਾਹੇ ਲਗਾਵੇ ਠੋਰ। ਬੜਾ ਉਹ 'ਚ ਮੰਨੀ ਵੀ ਜਾਂਦੇ ਹਾਂ ਕਿ ਸਾਡੀ ਪ੍ਰਤੀਤ ਨਹੀਂ, ਗੁਰਮਾਈ ਕਿਰਪਾ ਕਰੋ, ਦਇਆ ਕਰੋ, ਸਭ ਕੁਛ ਕਰੀ ਵੀ ਜਾਂਦੇ ਹਾਂ, ਅਤੇ ਨਾਲ ਨਾਲ ਉਹ ਕੰਮ ਵੀ ਸਾਰੇ ਉਹੀ ਕਰੀ ਜਾਂਦੇ। ਫਿਰ ਉਹਦਾ ਪੜ੍ਹਨ ਦਾ, ਚਾਹੇ ਹੁਣ ਬੜੇ ਬੱਚੇ ਮੈਨੂੰ ਕਈ ਵਾਰੀ ਮਿਲਦੇ ਨੇ, ਉਹ ਕੋਈ ਕਹੇਗਾ ਜੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ, ਕੋਈ ਕਹਿੰਦਾ ਰਹਿਰਾਸ ਸਾਹਿਬ ਦਾ ਕਰਦੇ, ਕੋਈ ਜਪਜੀ ਸਾਹਿਬ ਦਾ ਕਰਦੇ ਹਾਂ, ਕੋਈ ਮੂਲ ਮੰਤਰ ਦਾ ਕਰਦਾ। ਉਹਨੂੰ ਪੁੱਛ ਕੇ ਦੇਖ ਲਈਏ ਇਹਦਾ ਮਤਲਬ ਕੀ ਬੇਟਾ, ਉਹ ਤਾਂ ਉਹਨੂੰ ਜਾਣਿਆ ਨਹੀਂ, ਉਹਦਾ ਨਹੀਂ ਪਤਾ ਸਾਨੂੰ, ਅਸੀਂ ਪਾਠ ਕਰਦੇ ਹਾਂ। ਕਈਆਂ ਨੇ ਤਾਂ ਗਿਣਤੀ ਕੀਤੀ ਹੈ ਜੀ, ਅਸੀਂ ਸਵੇਰੇ ਸ਼ਾਮ ਇੰਨਾ ਕਰਦੇ, ਕੋਈ ਕਹਿੰਦਾ ਮੈਂ 5 ਵਾਰੀ ਕਰ ਲੈਂਦਾ ਹੈ। ਇਸ ਤਰ੍ਹਾਂ ਕਈ ਆਪਣੇ ਜਿਹੜੇ ਆ ਮੰਗਲਾ ਚੰਦ ਬੇਨਤੀ ਕਰਨ ਵਾਲੇ, ਉਹ ਕਹਿੰਦੇ ਨੇ ਅਸੀਂ ਤਾਂ ਸਵੇਰੇ ਦੁਪਹਿਰੇ ਸ਼ਾਮ ਪੜ੍ਹਦੇ ਹਾਂ ਜੀ, ਜੋ ਮਰਜ਼ੀ। ਉਹਦਾ ਬਟ ਕੀ ਫਾਇਦਾ ਉਹਦਾ? ਗੱਲ ਸਮਝਣ ਵਾਲੀ ਜਿਹੜੀ ਸਮਝਣੀ ਇਸ ਵਿੱਚੋਂ, ਬਸ ਉਹ ਗੱਲ ਦੀ ਸਮਝ ਲੱਗ ਜਾਵੇ, ਉਹਦੇ ਵਿੱਚ ਹੀ ਸਭ ਕੁਛ ਆ ਜਾਣਾ। ਕੋਈ ਘੋਟੇ ਲਾਉਣ ਦੀ ਲੋੜ ਨਹੀਂ ਹੈਗੀ ਕਿਸੇ ਤਰ੍ਹਾਂ ਦੀ। ਪਿਆਰ ਗੁਰੂ ਨਾਲ ਸਿਮਰਨ ਕਾਹਦੇ ਵਾਸਤੇ? ਉਹਨਾਂ ਨੇ ਕਿਹਾ ਕਿ ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰਨਾ ਜਾਤ। ਕਾਹਦੇ ਵਾਸਤੇ ਸੀ? ਕਿ ਸਿਰਫ ਹੋਰ ਕੋਈ ਦਿਮਾਗ 'ਚ ਵਿਹਲਾ ਮਨ ਸ਼ੈਤਾਨ ਦਾ ਕਰ, ਹੋਰ ਕੋਈ ਚੀਜ਼ ਨਾ ਆਵੇ, ਖਾਂਦਿਆਂ ਪੀਂਦਿਆਂ ਚੱਲਦਿਆਂ ਫਿਰਦਿਆਂ ਗੁਰੂ ਦਾ ਸਿਮਰਨ ਹੋਵੇ। ਸਿਮਰਨ ਹੋਏਗਾ, ਗੁਰੂ ਦੀ ਯਾਦ ਬਣੇਗੀ, ਗੁਰੂ ਦੀ ਯਾਦ ਬਣੇਗੀ, ਭੈੜੇ ਕੰਮ ਜਿਹੜੇ ਆ ਪਤਾ ਲੱਗੇਗਾ ਕਿ ਬਈ ਗੁਰੂ ਵਾਲਿਆਂ ਨਹੀਂ ਕਰਨੇ ਹੈਗੇ। ਹੁਣ ਜੇ ਸਿਮਰਨ ਕਰਨ ਵਾਲਾ ਵੀ ਕੰਮ ਉਹੀ ਕਰੀ ਜਾਂਦਾ ਹੈ, ਸੇਵਾ ਕਰਨ ਵਾਲਾ ਵੀ ਗੁਰਦੁਆਰੇ 'ਚ ਉਹੀ ਕੰਮ ਕਰੀ ਜਾਂਦਾ ਹੈ, ਅਤੇ ਫਿਰ ਉਹ ਆਪਣੇ ਆਪ ਨੂੰ ਵੱਖਰਾ ਕਿੱਦਾਂ ਗਿਣ ਸਕਦਾ ਹੈ? ਨਹੀਂ, ਉਹ ਵੱਖਰਾ ਨਹੀਂ ਹੈਗਾ। ਬਸ ਜਦੋਂ ਇੰਨੀ ਗੱਲ ਦੀ ਸਮਝ ਆ ਗਈ ਬਈ ਪਰਿਵਰਤਨ ਆਏਗਾ, ਗੁਰਮਤਿ ਸਤਿਗੁਰਾਂ ਦੀ ਦਇਆ ਜਿਹੜੀ ਆ ਉਹ ਜ਼ਰੂਰ ਹੀ ਵਰਸੇਗੀ। ਸਤਿਗੁਰ ਕਿਰਪਾ ਕਰਨ, ਦਇਆ ਕਰਨ, ਸਭ ਨੂੰ ਆਪਣਾ ਭਾਵ ਭਰੋਸਾ ਪਿਆਰ ਬਖਸ਼ਣ, ਸਮਝ ਬਖਸ਼ਣ। ਇੰਨੀ ਜਿਹੜੀ ਉਹਨਾਂ ਨੇ ਫਰਮਾਇਆ ਕਿ ਸਮਝ ਸੋਚ ਕਰ ਚੱਲਣਾ, ਇਹ ਜਿਹੜੀ ਚੀਜ਼ ਜਿਹੜੀ ਆ ਪਤਾ ਲੱਗੇ ਕਿ ਬਈ ਕਿਸ ਤਰ੍ਹਾਂ ਅਸੀਂ ਸੇਵਾਦਾਰ ਬਣਨਾ ਹੈ, ਕਿਸ ਤਰੀਕੇ ਦੇ ਨਾਲ ਅਸੀਂ ਸੇਵਾ ਕਰਨੀ ਹੈ, ਕਿਸ ਨਾਲ ਅਸੀਂ ਸਮਝਣਾ ਸਿਮਰਨ ਕਰਨਾ ਹੈ, ਕਿੱਦਾਂ ਜਿਹੜਾ ਗੁਰੂ ਦੇ ਚਰਨਾਂ ਨੂੰ ਵਿਸਰਨਾ ਨਹੀਂ ਹੈਗਾ। ਸਤਿਗੁਰ ਕਿਰਪਾ ਕਰਨ, ਸਭ ਨੂੰ ਆਪਣਾ ਪਿਆਰ ਭਰੋਸਾ ਬਖਸ਼ਣ। ਹਮੇਸ਼ਾ ਅਸੀਂ ਸਤਿਗੁਰੂ ਦੀ ਪ੍ਰੀਤ ਪ੍ਰਤੀਤ ਨਾਲ ਜੁੜੇ ਰਹੀਏ। ਰਾਧਾ ਸੁਆਮੀ। ਔਗਣ ਹਾਰਾ ਗੁਣ ਨਹੀਂ ਮਨ ਕਾ ਬੜਾ ਕਠੋਰ, ਐਸੇ ਸਮਰੱਥ ਸਤਿਗੁਰੂ ਤਾਹੇ ਲਗਾਵੇ ਠੋਰ। ਤੁਮ ਤੋ ਸਮਰੱਥ ਸਾਈਆਂ, ਦ੍ਰਿੜ ਕਰ ਪਕੜੋ ਬਾਹੀਂ, ਤੁਰ ਹੀ ਲੈ ਪਹੁੰਚਾਈਓ, ਜਨ ਛਾੜਿਓ ਮਗ ਮਾਹੇ, ਸੂਰਤ ਕਰੋ ਮੇਰੇ ਸਾਈਆਂ। ਆਮ ਹੈ ਬਵ ਜਲ ਮਾਹੇ, ਆਪੇ ਹੀ ਬਹਿ ਜਾਏਂਗੇ, ਜੋ ਨਹੀਂ ਪਕੜੋ ਬਾਹੀਂ। ਘਟ ਸਮੁੰਦਰ ਲੱਖ
ना पड़े उठे लहर अपार दिल दरिया समरथ बिना कौन उतारे पार सब तरती कागज करूं लेखन सब बन राए सात सहिंद की मास करूं गुरु गुण लिखा न जाए मुझ गण है तुझ गुण तुझ गुण गण मुझ जो मैं बिसरूं तुझको तुम मत बिसर्यो मुझ जो मैं भूल बिगाड़िया ना कर मैला चित साहिब गौरा लोड़िए फर बिगाड़े नेत गण किए तो बो किए करत ना मानी हार पावे बंदा बख्शियो पावे गरदन मार मैं अपराधी जन्म का नाख सिख बराविकार तुम दाता दुख पंजना मेरी करो संभार मान परतीत ना प्रेम रास ना कशुतान में ढंग ना जानू महाराज से क्यों कर रहसी रंग क्या मुख ले बेनती करूं लाज आवत है मोहे तुम देखत गण करूं कैसे वाऊं तो है भगति दान मोहे दीजिए गुरुदेव
ਦੁਖ ਆਖੂੰ ਰੋਏ ਚਰਨਾ ਉਪਰ ਸੀਸ ਧਰ ਕਹੂੰ ਜੋ ਕਹਿਣਾ ਹੋਏ ਜੋ ਆਪ ਕੇ ਸਾਹਿਬ ਮਿਲੇ ਸਭ ਦੁਖ ਆਖੂੰ ਰੋਏ ਚਰਨਾ ਉਪਰ ਸੀਸ ਧਰ ਕਹੂੰ ਜੋ ਕਹਿਣਾ ਹੋਏ ਕਰੂੰ ਬੇਨਤੀ ਦਊਂ ਕਰ ਜੋੜੀ ਅਰਜ ਸੁਣਿਓ ਰਾਧਾ ਸੁਆਮੀ ਮੋਰੀ ਸਤ ਪੁਰਸ਼ ਤੁਮ ਸਤ ਗੁਰ ਦਾਤਾ ਸਭ ਜੀਵਨ ਕੇ ਪਿਤਾ ਔਰ ਮਾਤਾ ਦਇਆ ਧਾਰ ਆਪਣਾ ਕਰ ਲੀਜੇ ਕਾਲ ਜਾਲ ਸੇ ਨਿਆਰਾ ਕੀਜੇ ਸਾਤ ਯੋਗ ਤ੍ਰੇਤਾ ਦੁਆਪਰ ਪੀਤਾ ਕਾਹੂ ਨਾ ਜਾਣੀ ਸ਼ਬਦ ਕੀਰੀਤਾ ਕਾਲ ਯੋਗ ਮੈਂ ਸਤਿਗੁਰੂ ਦਇਆ ਵਿਚਾਰੀ ਪ੍ਰਗਟ ਕਰ ਕੇ ਸ਼ਬਦ ਪੁਕਾਰੀ ਜੀਵ ਕਾਜ ਸਤਿਗੁਰੂ ਜਾਗ ਮੈਂ ਆਏ ਭਵ ਸਾਗਰ ਸੇ ਪਾਰ ਲੰਘਾਏ ਕੀਨ ਛੋੜ ਚੌਥਾ ਪਦ ਦੀਨਾ ਸਤਿਨਾਮ ਸਤਿਗੁਰੂ ਗਤ ਚੀਨਾ ਜਗ ਮਗ ਜੋਤ ਹੋਤ ਗਗਨ ਸਰੋਤ ਪਰ ਚੰਦਰ ਨਿਹਾਰਾ ਏਤ ਸਿੰਘਾਸਨ ਸ਼ਤਰ ਬਿਰਾਜੇ ਅਨਹਦ ਸ਼ਬਦ ਗੈਵ ਤੁਣ ਗਾਜੇ ਛਾਏ ਆਸ਼ਰ ਨੇ ਆਸ਼ਰ ਪਾਰਾ ਬੇਨਤੀ ਕਰੇ ਯਹਾਂ ਦਾਸ ਤੁਮਾਰਾ ਲੋਕ ਆਲੋਕ ਪਾਉ ਮੈਂ ਸੁਖ ਦਾਮ ਚਰਨ ਸ਼ਰਨ ਦੀਜੇ ਵਿਸਰਾਮ ਲੋਕ ਆਲੋਕ
ਦੀਜੇ ਵਿਸਰਾਮ ਕਰੋ ਬੇਨਤੀ ਦਉ ਕਰ ਜੋੜੀ ਸਤਿਗੁਰ ਦਉ ਕਰ ਜੋੜੀ ਅਰਜ ਸੁਣਿਓ ਰਾਧਾ ਸੁਆਮੀ ਜੀ ਸਤਿਗੁਰੂ ਮੋਰੀ ਦਾਸਾਂ ਕੀ ਹੈ ਬੇਨਤੀ ਸੁਣੋ ਗਰੀਬ ਨਿਵਾਜ ਜੋ ਮੈਂ ਪੂਤ ਕਪੂਤ ਹਾਂ ਬਹੁੜ ਪਿਤਾ ਕੋ ਲਾਜ ਵਾਰ ਵਾਰ ਬੇਨਤੀ ਕਰੂੰ ਅਰਜ ਕਰੂੰ ਹੱਥ ਜੋੜ ਸਤ ਸੰਗ ਸਿਮਰਨ ਭਜਨ ਦੀ ਦਰਸ਼ਨ ਦੀ ਨਿਤ ਲੋੜ ਸਭ ਸੰਗਤ ਕੇ ਹਿਰਦੇ में बसे आपका प्रेम सत संग सिमरन भजन दा ਬਣਿਆ ਰਹੇ ਨਿਤਨੇਮ ਸਭ ਸੰਗਤ ਕੇ ਹਿਰਦੇ में वसे आपका प्रेम सत संग सिमरन भजन दा ਬਣਿਆ ਰਹੇ ਨਿਤਨੇਮ। ਰਾਧਾ ਸੁਆਮੀ ਜੀ, ਰਾਧਾ ਸੁਆਮੀ।